ਹਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਪੰਜਾਬ ਰੋਡ ਸੰਘਰਸ਼ ਕਮੇਟੀ ਵੱਲੋਂ ਜਲੰਧਰ ਦੇ ਪਿੰਡ ਬੱਲਾਂ ਵਿਖੇ ਇਲਾਕੇ ਦੇ ਸਮੂਹ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਤੇ ਮੀਟਿੰਗ ਵਿੱਚ ਰਿੰਗ ਰੋਡ ਬਣਨ ਵਾਲੇ ਹੋਣ ਵਾਲੇ ਨੁਕਸਾਨ ਬਾਰੇ ਚਰਚਾ ਕੀਤੀ ਗਈ। ਸਰਕਾਰ ਵੱਲੋਂ ਜ਼ਮੀਨਾਂ ਦੇ ਕਲੈਕਟਰ ਰੇਟ ਘੱਟ ਕਰਨ 'ਤੇ ਵੀ ਚਰਚਾ ਕੀਤੀ ਗਈ ਤੇ ਹੋਰ ਸਮੱਸਿਆਵਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ 'ਤੇ ਪਿੰਡ ਬੱਲਾਂ ਦੇ ਸਰਪੰਚ ਪ੍ਰਦੀਪ ਕੁਮਾਰ ਦੀਪਾ, ਮੁਖਤਿਆਰ ਸਿੰਘ ਬੱਲਾਂ, ਸਾਬੀ ਰੰਧਾਵਾ, ਸੰਦੀਪ ਸਿੰਘ ਬੱਲ, ਹਰਜਿੰਦਰ ਸਿੰਘ, ਵਿੱਕੀ ਪੰਚ ਕਿਸ਼ਨਗੜ੍ਹ, ਅਮਰੀਕ ਸਿੰਘ, ਤਾਨਜੀਤ ਸਿੰਘ ਬੱਲ, ਓਂਕਾਰ ਸਿੰਘ ਮੰਨਣ, ਅਮਰੀਕ ਸਿੰਘ ਮੰਨਣ, ਇਕਬਾਲ ਸਿੰਘ ਮੰਨਣ, ਬਲਵੀਰ ਸਿੰਘ ਕਪੂਰ ਪਿੰਡ, ਜਸਵੀਰ ਸਿੰਘ ਕਪੂਰ ਪਿੰਡ, ਮੱਖਣ ਸਿੰਘ ਕਪੂਰ ਪਿੰਡ, ਅਵਤਾਰ ਸਿੰਘ ਕਪੂਰ ਪਿੰਡ, ਗੁਰਪ੍ਰੀਤ ਸਿੰਘ ਭਤੀਜਾ, ਮਨਜੀਤ ਸਿੰਘ ਰਾਏਪੁਰ, ਜਸਵੀਰ ਸਿੰਘ ਅਤੇ ਹੋਰ ਇਲਾਕੇ ਦੇ ਸਮੂਹ ਕਿਸਾਨ ਮੌਜੂਦ ਸਨ। ਤੇ ਹੁਣ ਵੀਰੇ ਜਿੱਦਾਂ ਤੁਹਾਡੇ ਮੋਟੀਆਂ ਲੱਗ ਗਈਆਂ ਉਦਾਂ ਹੀ ਬਸ ਤੁਹਾਡਾ ਉਹਨਾਂ ਨੇ ਵਾਰਡ ਕਰ ਦੇਣਾ। ਜਦੇ ਤੁਹਾਡਾ ਵਾਰਡ ਹੋ ਗਿਆ ਤੁਸੀਂ ਕਾਸੇ ਜੋਗੇ ਨਹੀਂ ਹੈਗੇ। ਇੱਕ ਆਪਣੇ ਮੇਰਾ ਵੀਰ ਪਿੰਡ ਦੇ ਲੰਬੜਦਾਰਾਂ ਨੂੰ, ਸਰਪੰਚਾਂ ਨੂੰ, ਬਾਕੀ ਆ ਸਰਪੰਚ ਸਾਹਿਬ ਬੈਠੇ ਆ ਸਿਆਣੇ ਆ ਸਾਡੇ ਨਾਲੋਂ, ਹਨਾ, ਇਹਨਾਂ ਨੂੰ ਇਹ ਗੱਲ ਦੱਸੋ ਕਿ ਵੀਰੇ ਵੀ ਕੋਈ ਵੀ ਬੰਦਾ ਨਾ ਯੂਨੀਅਨ ਦੇ ਫੈਸਲੇ ਤੋਂ ਬਿਨਾਂ ਵਾਰਡ ਨੂੰ ਪਾਸ ਨਾ ਕਰਾਵੇ। ਆਪਾਂ ਕੌਮ ਦੇ ਗਦਾਰ ਨਹੀਂ ਘੁੰਮਣਾ ਵੀਰੇ। ਜੇ ਪਿੰਡ ਵਿੱਚ ਜਿਸ ਏਰੀਏ 'ਚ ਵਾਰਡ ਪਾਸ ਹੋ ਗਿਆ, ਤੁਹਾਡਾ ਮੰਨ ਕੇ ਚਲੋ ਤੁਹਾਡੇ ਏਰੀਏ ਦਾ ਹੋ ਜਾਂਦਾ, ਤੁਹਾਡਾ ਹੋ ਗਿਆ, ਤੁਹਾਡੇ ਸੜਕ ਬਣਨੀ ਸ਼ੁਰੂ ਹੋ ਜਾਣੀ ਤਾਂ ਸਾਡੇ ਡਾਂਗਾ ਪੈਣੀਆਂ। ਜੇ ਅਸੀਂ ਵਾਰਡ ਪਾਸ ਕਰਾ ਲੈਂਦੇ ਆ, ਤੁਸੀਂ ਅੜ ਜਾਂਦੇ, ਤੁਹਾਡੇ ਡਾਂਗਾ ਪੈਣੀਆਂ। ਜੇ ਆਪਾਂ ਇਕੱਠੇ ਆ ਤਾਂ ਆਪਣੇ ਕੋਈ ਮਾਂ ਦਾ ਪੁੱਤ ਨਹੀਂ ਆਪਣੇ ਡਾਂਗ ਮਾਰ ਸਕਦਾ, ਕੋਈ ਨਹੀਂ ਆਪਣੇ ਡਾਂਗ ਮਾਰ ਸਕਦਾ। ਇਸ ਲਈ ਆਪਾਂ ਡਾਂਗਾਂ ਨਹੀਂ ਖਾਣੀਆਂ, ਆਪਾਂ ਇਕੱਠੇ ਹੋ ਜਾਈਏ ਇੱਕ ਜਗ੍ਹਾ। ਕੁਛ ਨਹੀਂ ਵਿਗੜਿਆ, ਕੁਛ ਨਹੀਂ ਵਿਗੜਿਆ ਹਾਲੇ, ਕਿਉਂ ਆਪਾਂ ਸਮਾਂ ਨਾ ਲਗਾ ਲਈਏ। ਇਹ ਜਿਹੜੀਆਂ ਜ਼ਮੀਨਾਂ ਜਾਂਦੀਆਂ ਆਪਣੇ ਪੇ ਦਾਦਿਆਂ ਪੜਦਾਦਿਆਂ ਦੀਆਂ ਆਪਣੀਆਂ ਤਾਰਾਂ ਜੁੜੀਆਂ ਆ। ਜਦੋਂ ਤੁਸੀਂ ਆਪਣੇ ਖੇਤਾਂ ਵਿੱਚ ਕੰਮ ਕਰਦੇ ਆ, ਮੇਰਾ ਭਰਾ ਮੈਂ ਤਾਂ ਆਪਣੀ ਦੱਸਦਾ ਆ, ਜਦੋਂ ਤੁਸੀਂ ਸਾਰੇ ਸੇਮ ਹੀ ਹੁੰਦਾ ਆ, ਜਦੋਂ ਆਪਣੇ ਦਾਦੇ ਪੜਦਾਦਿਆਂ ਦੀਆਂ ਇੱਕ ਤਾਂ ਉੱਥੇ ਆਪਣਾ ਬਚਪਨ ਲੰਘਿਆ, ਉੱਥੇ ਆਪਾਂ ਜਾਂਦੇ ਆਉਂਦੇ, ਹਨਾ। ਜਦੋਂ ਉਹ ਚੀਜ਼ ਆਪਣੇ ਕੋਲੋਂ ਜਾਂਦੀ ਆ ਤੇ ਪਰ ਉਹ ਬਹੁਤ ਮੁਸ਼ਕਿਲ ਆ। ਹੁਣ ਕਈ ਬੰਦੇ ਆ ਕਹਿੰਦੇ ਜ਼ਮੀਨਾਂ ਸਾਨੂੰ ਪੈਸੇ ਮਿਲ ਜਾਣੇ ਆ। ਹੁਣ ਸਾਡੀ ਤਾਂ ਜ਼ਮੀਨ ਚੱਲੀ, ਸਾਡਾ ਗਵਾਂਢੀ ਕਹਿੰਦਾ 3 ਕਰੋੜ ਰੁਪਇਆ ਮਿਲ ਜਾਣਾ ਤੁਹਾਨੂੰ। ਉਹ ਘਰੇ ਬੈਠਾ ਹੀ ਕਰੀ ਜਾਂਦਾ 3 ਕਰੋੜ ਮਿਲ ਜਾਣਾ। ਆਪਣੇ ਤੁਸੀਂ ਕਲੈਕਟਰ ਤੁਹਾਡੇ ਕਲੈਕਟਰ ਰੇਟ ਬਹੁਤ ਘਟਾਤੇ ਆ। ਤੁਹਾਡੇ ਕੋਲ ਕਲੈਕਟਰ ਰੇਟ ਤੁਹਾਨੂੰ ਪਤਾ ਹੀ ਆ, ਤੁਸੀਂ ਮਤਲਬ ਦੇਖ ਵੀ ਸਕਦੇ ਆ, ਆਪਣੇ ਪਟਵਾਰੀ ਤੋਂ ਜਲੰਧਰੋਂ ਲਿਸਟਾਂ ਵੀ ਲਿਆ ਸਕਦੇ ਆ। ਇਹ ਕਰ ਤੁਹਾਡੇ ਅੱਧੇ ਕਰਤੇ ਨਾ, ਤੇ ਕਿੱਥੇ ਤੁਹਾਡੇ 30 ਲੱਖ ਰੁਪਈਆ ਸੀਗਾ। ਚਲੋ ਭਾਵੇਂ ਕੁਝ ਵੀ ਜੀ 18 ਤੋਂ 12 ਦੇ 1.5 ਦਾ ਫੈਕਟਰ ਲੱਗਣਾ ਹੈ। ਕਿੰਨਾ ਤੁਹਾਨੂੰ ਮਿਲਣਾ? 35 ਤੋਂ 40 ਲੱਖ। ਤੇ 35-40 ਲੱਖ ਵਿੱਚ ਤੁਸੀਂ ਕੀ ਕਰੋਗੇ? ਖੇਤ ਲੈ ਲਓਗੇ, ਵੀ ਤੁਹਾਨੂੰ ਫਾਇਦਾ ਕੀ ਹੋਇਆ? ਇੱਧਰ ਤੁਸੀਂ ਜ਼ਮੀਨ 2 ਥਾਂ ਕਰਾ ਲਈ, ਉੱਧਰ ਜਾ ਕੇ ਖੇਤ ਬਣਾ ਲਿਆ, ਉਹਦਾ ਕੀ ਫਾਇਦਾ ਹੋਇਆ ਤੁਹਾਨੂੰ? ਫਾਇਦਾ ਵੀਰੇ ਤੁਹਾਨੂੰ ਤਾਂ ਆ ਜੇ ਤੁਸੀਂ ਇੱਕ ਖੇਤ ਵੇਚਦੇ ਆ, 3 ਬਣਾਉਂਦੇ ਆ, 3 ਦੇ 2 ਵੀ ਬਣ ਜਾਣ, ਉਹ 'ਚ ਵੀ ਤੁਹਾਨੂੰ ਫਾਇਦਾ ਆ। ਦੇਖੋ ਅੱਜ ਮੈਂ ਮੰਨ ਕੇ ਚਲੋ ਮੇਰੀ ਜ਼ਮੀਨ ਆ, ਮੈਂ ਚਲੋ ਅੱਜ ਮੈਨੂੰ ਲੋੜ ਆ, ਪੈਸੇ ਦੀ ਲੋੜ ਆ, ਮੈਂ ਪੈਸੇ ਦੇ ਪਹਿਲਾਂ ਦੇਖ ਲੈਂਦਾ ਮੈਨੂੰ ਪੈਸਾ ਮਿਲਦਾ ਚਲੋ ਕਿੱਦਾਂ। ਚਲੋ ਠੀਕ ਆ, ਮੈਂ ਕਨਾਲ ਵੇਚ ਲਿਆ, ਮੇਰੀ ਨਹੀਂ ਵੀ ਸੜਕ 'ਚ ਆਉਣ ਦਾ ਕੋਈ ਪ੍ਰੋਗਰਾਮ, ਮੈਂ ਕਨਾਲ ਵੇਚ ਲਿਆ, ਮੈਨੂੰ ਰੋਡ ਮੇਰੇ ਤੋਂ ਨਹੀਂ ਪੈਂਦਾ ਹੈਗਾ। ਕਿਉਂ ਤੁਹਾਨੂੰ ਪਤਾ ਜ਼ਿਮੀਂਦਾਰਾਂ ਦੀਆਂ ਤਾਂ ਪਹਿਲਾਂ ਹੀ ਲਿਮਟਾਂ ਇੰਨੀਆਂ ਆ, ਸਾਰਿਆਂ ਦੀਆਂ ਇੱਕ ਦੀਆਂ ਨਹੀਂ ਹੈਗੀਆਂ। ਜ਼ਿਮੀਂਦਾਰ ਦੇ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ, ਠੇਕਾ ਕੀ ਦੇਣਾ ਆ, ਸੰਦ ਵੀ ਬਦਲਣਾ ਆ। ਜ਼ਿਮੀਂਦਾਰਾਂ ਦਾ ਤਾਂ ਪਹਿਲਾਂ ਲੋਹਾ ਹੀ ਨਹੀਂ ਪੂਰਾ ਹੈ ਨਾ। ਮੈਂ ਕਨਾਲ ਵੇਚ ਲਈ, ਕਨਾਲ ਘਟ ਗਈ, ਕਨਾਲ ਵੇਚ ਕੇ ਤੇ ਮੈਂ ਜਿਹੜੇ ਮੇਰੇ ਪੈਸੇ ਵੱਟੇ ਆ, ਚਲੋ ਠੀਕ ਆ, ਮੈਂ ਆਪਣਾ ਕਰਜ਼ਾ ਲਾ ਲਿਆ, ਕਰਜ਼ਾ ਅੱਗੇ ਚੜ ਗਿਆ, ਇਹ ਵੇਚ ਲਈ। ਕਰਦੇ ਕਰਦੇ ਨੇ ਸਾਰੀ ਵੇਚ ਲੈਣੀ ਹੈ, ਨਾ ਕੋਲ ਪੈਸਾ ਰਹਿਣਾ, ਨਾ ਕੋਲ ਜ਼ਮੀਨ ਬਚਣੀ। ਇਹ ਬੰਦੇ ਕਈ ਪੈਸੇ ਪਿੱਛੇ ਬਹੁਤ ਜਾਂਦੇ ਆ, ਪੈਸਾ 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 ਤਾਂ ਕੁੜੀ ਦੇ ਜਿੱਦਾਂ ਕਹਿੰਦੇ ਹੁੰਦੇ ਕੋਪ ਵੀ ਮੁੱਕ ਜਾਂਦੇ ਆ। ਹੈਂ ਤੁਸੀਂ ਇੰਨੀ ਕੁ ਕੁੜੀ ਦੇ ਵਿੱਚ ਟੱਕੇ ਨਹੀਂ ਗਿਣ ਸਕਦੇ ਕਿੰਨੇ ਹੁੰਦੇ ਆ। ਜਦ ਉਹ ਐਡਾ ਵੱਡਾ ਕੋਪ ਮੁੱਕ ਜਾਂਦਾ ਤੇ ਪੈਸੇ ਕਿਹੜੀਆਂ ਚੀਜ਼ਾਂ ਆ। ਇਸ ਲਈ ਆਪਾਂ ਇਹ ਸੋਚੀਏ ਕਿ ਅਸੀਂ ਮੰਗ ਰੱਖੀਏ ਵੀ ਅਸੀਂ 80 ਤੋਂ 90 ਲੱਖ ਰੁਪਏ ਤੋਂ ਘੱਟ ਨਹੀਂ ਲੈਣਾ। ਤੇ ਦੂਜੀ ਮੰਗ ਸਾਡੀ ਆ, ਦੇਖੋ ਸਰਬਤ ਲੈਣਾ, ਇਹ ਆਪਾਂ ਨੂੰ ਸਰਬਤ ਲੈਣਾ ਅੱਜ ਨਹੀਂ ਪੈਣੀ। ਜ਼ਮੀਨ ਜਿਹੜੀ ਆਉਣੀ ਕਵੈਰ ਹੋਣੀ ਆ, ਉਹਦੀ ਕਵੈਰ ਹੋ ਗਈ, ਉਹਦੀ ਜ਼ਮੀਨ ਕਵੈਰ ਹੋ ਗਈ ਤੇ ਨਾਲ ਜਿਹੜਾ ਗਵਾਂਢੀ ਆ ਉਹਨੂੰ ਵੀਰੇ ਰਾਹ ਵੀ ਨਹੀਂ ਲੱਭਣਾ। ਤੇ ਜਿਹੜੀ ਢਾਡੀ ਬਚ ਗਈ ਆ, ਅਸੀਂ ਗੱਲ ਵਿੱਚ ਪੁੱਤਰਾਂ ਦੀ ਵਿੱਚ ਜੇ ਕਿਸੇ ਦਾ ਕਨਾਲ 2 ਕਨਾਲ ਥਾਂ ਬਚ ਜਾਂਦਾ ਆਸੇ ਪਾਸੇ,
ਉਹ ਵੀ ਅਸੀਂ ਵਿੱਚ ਦੇਣੇ, ਸਾਨੂੰ ਉਹਦੇ ਵੀ ਪੈਸੇ ਦਿਓ। ਤੇ ਤੀਜੀ ਗੱਲ ਹੈ, ਜੇ ਆਪਾਂ ਨੂੰ ਕੋਈ ਸਰਵਿਸ ਲੈਣ ਨਹੀਂ ਮਿਲਦੀ, ਤੁਹਾਡੀ ਤਾਂ ਜ਼ਮੀਨ ਮਿੱਟੀ ਹੋਈ ਹੈ, ਜਿਹੜਾ ਖੇਤ ਬਚਿਆ ਆ, ਤੇ ਤੁਹਾਡੇ ਗਵਾਂਢੀ ਦੀ ਵੀ ਮਿੱਟੀ ਹੋ ਜਾਣੀ। ਮੈਨੂੰ ਪਤਾ ਸਾਰੇ ਪਿੰਡੀ ਆ ਹਾਲ ਆ, ਸਾਡੀ ਗਵਾਂਢੀ ਟਿੱਚਰਾਂ ਕਰਦੇ ਹੁੰਦੇ ਆ ਵੀ ਕੋਈ ਝੂਠੀ ਗੱਲ ਨਹੀਂ ਕੋਈ। ਘੱਟੋ ਘੱਟ ਸਾਨੂੰ 6 ਮਹੀਨੇ ਹੋ ਗਏ, ਖਰੇ ਕਿੰਨੇ ਪਿੰਡ ਗਾਲੇ ਹੋਣੇ ਏਦਾਂ ਹੀ ਹੈ ਨਾ। ਤੇ ਬੰਦਿਆਂ ਨੇ ਸਾਥ ਵੀ ਬਹੁਤ ਦਿੱਤਾ, ਲੱਤਾਂ ਵੀ ਬਹੁਤ ਕੀਤੀਆਂ, ਪਰ ਅਸੀਂ ਸਾਡੀ ਆਦਤ ਇੱਦਾਂ ਹੈ ਵੀ ਜੇ ਤੁਰ ਪਏ ਆ ਤੇ ਤੁਰ ਪਏ ਆ ਸਿਰੇ ਹੱਥ ਲਾ ਕੇ ਮੁੜਨਾ, ਤੇ ਨਹੀਂ ਤਾਂ ਨਹੀਂ, ਜੇ ਨਹੀਂ ਫਿਰ ਤੁਰੋ ਨਾ, ਹੈ ਨਾ। ਗੱਲ ਉਹੀ ਆ ਗਈ, ਮੈਂ ਤੁਹਾਡੇ ਨਾਲ ਇਹ ਗੱਲ ਕਰਦਾ ਵੀ ਜੇ ਕੋਈ ਤੁਹਾਡੇ 'ਚ ਤੁਰਨ ਵਾਲਾ ਬੰਦਾ ਹੈ ਤਾਂ ਤੁਰ ਪਓ। ਤੁਸੀਂ ਮੇਲੇ ਨਹੀਂ ਤੁਰਨਾ, ਤੁਸੀਂ ਆਪਣੇ ਪਿੰਡ ਦੇ ਸਰਪੰਚ ਲਈ ਨਹੀਂ ਤੁਰਨਾ, ਤੁਸੀਂ ਆਪਣੇ ਲਈ ਤੁਰਨਾ। ਅੱਜ ਤੁਸੀਂ ਆਪਣੇ ਲਈ ਵੀ ਦੱਬੇ ਘੁੱਟੇ ਰਹਿ ਗਏ ਆ, ਹੈ ਨਾ। ਤੇ ਫੇਰ ਚਲੋ ਠੀਕ ਹੈ, ਜੋ ਵੀ ਹੈਗਾ। ਅੱਗੇ ਹੁਣ 3 ਕਾਨੂੰਨ ਆਪਣੇ ਆ, ਤੁਹਾਨੂੰ ਪਤਾ ਹੀ ਸਾਰਿਆਂ ਨੂੰ। ਉਹਦਾ ਮੈਨੂੰ ਮੈਂ ਤਾਂ ਨਹੀਂ ਵੀ ਛੇਤੀ ਕਿਤੇ ਸੁਣਨਗੇ, ਹਾਲੇ ਆਪਾਂ ਕੁਝ ਕਹਿ ਨਹੀਂ ਸਕਦੇ। ਅੱਗੇ ਹਾਲੇ ਆਪਾਂ ਨੂੰ ਹਨੇਰਾ ਦਿਖਣ ਡਿਆ, ਗੌਰਮੈਂਟ ਕੁਝ ਨਹੀਂ ਕਰ ਰਹੀ, ਇਹ ਨਹੀਂ ਪਤਾ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਪਰ ਠੀਕ ਹੈ, ਸਾਡਾ ਫਰਜ਼ ਆ ਡਟੇ ਰਹਿਣਾ ਹੈ, ਇਹ ਵੀ ਇੱਕ ਆਪਣਾ ਫਰਜ਼ ਆ। ਆਪਾਂ ਆਪਣੇ ਹੱਕ ਵੀ, ਆਪਣੀ ਜ਼ਮੀਨ ਇਸ ਟਾਈਮ ਇਹ ਜਾ ਰਹੀ ਹੈ, ਆਪਾਂ ਨੂੰ ਉਹ ਧਰਨੇ ਦਾ ਵੀ ਖਿਆਲ ਰੱਖਣਾ ਤੇ ਆਪਾਂ ਇਹ ਵੀ ਦੇਖਣਾ। ਆਪਣੇ ਤੇ ਡਬਲ ਬੋਝ ਪੈ ਗਏ। ਅੱਗੇ ਅਸੀਂ ਇੱਕ ਮੁੰਡਾ ਤੇ ਸੀਗਾ ਚੱਕਿਆ, ਹੁਣ ਸਾਡੇ ਦੋਨਾਂ ਤੇ ਹੋ ਗਿਆ। ਹੁਣ ਵੀਰੇ ਤੁਸੀਂ ਦੇਖਣਾ ਵੀ ਅਸੀਂ ਆਪਣੇ ਕਿੱਥੇ ਸਾਹ ਲੈਣਾ ਆ, ਕਿੱਥੇ ਅਸੀਂ ਚੱਕ ਕੇ ਗਾਂਹ ਹੋਣਾ ਆ, ਕਿੱਥੇ ਕੀ ਕਰਨਾ ਆ, ਇਹ ਹੁਣ ਤੁਸੀਂ ਸੋਚਣਾ। ਆਪਣੇ ਆਂਢ ਗੁਆਂਢ ਜਿੰਨੇ ਵੀ ਬੰਦੇ ਸਾਰਿਆਂ ਨੂੰ ਦੱਸੋ ਜੇ ਕਿਸੇ ਦੀ ਜ਼ਮੀਨ ਆਉਂਦੀ ਆ। ਜੇ ਨਹੀਂ, ਤੁਸੀਂ ਮੇਰਾ ਉਹਦਾ ਨੰਬਰ ਦਿਓ ਤੇ ਤੁਸੀਂ ਮੇਰੀ ਗੱਲ ਕਰਾਓ, ਉਹਨੂੰ ਆਪਾਂ ਗਰੁੱਪ 'ਚ ਐਡ ਕਰੀਏ, ਉਸ ਬੰਦੇ ਨੂੰ ਪਤਾ ਲੱਗੂਗਾ ਨਾ। ਬਸ ਇਹੀ ਗੱਲ ਹੈ, ਸਾਡੀ ਗੱਲ ਇੱਥੇ ਆਣ ਕੇ ਮੁੱਕ ਜਾਂਦੀ ਹੈ ਵੀ ਬਿੱਲੀ ਦੇ ਗਲ 'ਚ ਤਲਦੀਪ ਹੋਣੀ। ਦੇਖੋ ਕਿਸੇ ਨੂੰ ਤਾਂ ਤੁਰਨਾ ਪੈਣਾ ਹੈ। ਜੇ ਆਪਾਂ ਇਹ ਸਾਡੇ ਜ਼ਿਆਦਾਤਰ ਪਿੰਡਾਂ 'ਚ ਮੈਂ ਇਹ ਦੇਖਿਆ ਕਿ ਬਹੁਤ ਵੀ ਮਤਲਬ ਅਸੀਂ ਪ੍ਰਧਾਨਗੀ ਦੇ ਚੱਕਰ 'ਚ ਬਹੁਤ ਬੰਦੇ ਤੁਰੇ ਕਰਦੇ। ਹੁਣ ਅਸੀਂ ਇੰਨੇ ਪਿੰਡਾਂ 'ਚ ਗਏ ਹਾਂ, ਅਸੀਂ ਉਹਨਾਂ ਨੂੰ ਇੱਕੋ ਗੱਲ ਦੱਸੀ, ਮੈਂ ਕਿਹਾ ਵੀਰੇ ਇੱਥੇ ਕੋਈ ਸਾਡੇ ਪ੍ਰਧਾਨ ਨਹੀਂ, ਪ੍ਰਧਾਨ ਦਾ ਇੱਕ ਹੀ ਬਹੁਤ ਹੁੰਦਾ ਜੇ ਸਾਂਭਿਆ ਜਾਵੇ ਤਾਂ, ਹੈ ਨਾ। ਤੇ ਮੈਂ ਕਿਹਾ ਵੀ ਪ੍ਰਧਾਨ ਸਾਡਾ ਜ਼ਿਲ੍ਹੇ ਦਾ ਇੱਕ ਹੀ ਆ, ਹੈ ਨਾ। ਤੇ ਚਲੋ ਠੀਕ ਹੈ, ਅਸੀਂ ਤੁਹਾਡੇ ਪ੍ਰਬੰਧਕ ਆ, ਪ੍ਰਬੰਧ ਕਰਦੇ ਹਾਂ, ਅਸੀਂ ਹਰ ਵੀਰ ਨੂੰ ਕਹਿੰਦੇ ਆ, ਕਹਿਣਾ ਵੀ ਆ, ਫਰਜ਼ ਸਮਝਦੇ ਆ, ਤੁਰੇ ਆ। ਹੁਣ ਦੇਖੋ ਪਾਣੀ ਵੰਡ ਹੋ ਜਾਂਦੀ ਹੈ, ਅੱਜ ਅਸੀਂ ਉੱਧਰਲੇ ਏਰੀਏ ਦੇ ਬੰਦੇ ਇਕੱਠੇ ਕਰ ਲਏ ਆ, ਸਾਡੇ ਸਾਰੇ ਏਰੀਏ ਦੇ ਇੱਧਰ ਰਹਿੰਦੇ ਆ, ਇਹ ਤਾਂ ਸਾਡੇ ਦਿਲ ਨੇ ਕਹਿਣਾ ਕਾਣੀ ਵੰਡ ਹੋ ਗਈ ਇੱਧਰਲੇ ਬੰਦਿਆਂ ਨੂੰ। ਹੁਣ ਸਾਡਾ ਫਰਜ਼ ਨਹੀਂ ਤੁਹਾਨੂੰ ਦੱਸਣਾ, ਹੁਣ ਤੁਹਾਨੂੰ ਦੱਸ ਦਿੱਤਾ ਹੈ। ਹੁਣ ਅੱਗੇ ਡਿਊਟੀ ਢੱਡੀ ਆ, ਤੁਸੀਂ ਕੀ ਕਰਨਾ ਹੈ, ਇਹ ਤਾਂ ਸਾਡੇ ਨਾਲ ਚੱਲੂਗੇ। ਸਾਡੇ ਨਾਲ ਕੀ ਚੱਲਣਾ, ਆਪਣੇ ਲਈ ਤੁਸੀਂ, ਹੈ ਨਾ। ਤੇ ਕੁਛ ਲੈ ਲਾਂਗੇ, ਨਹੀਂ ਤਾਂ ਫਿਰ ਠੀਕ ਆ, ਨਹੀਂ ਤਾਂ ਅਸੀਂ ਵੀ ਡਾਂਗਾ ਖਾ ਕੇ ਘਰੇ ਬਹਿ ਜਾਵਾਂਗੇ, ਤੁਸੀਂ ਵੀ ਬਹਿ ਜਾਓ, ਤੁਸੀਂ ਤਾਂ ਬੈਠੇ ਹੀ ਆ। ਚਲੋ ਤੁਹਾਡੇ ਤਾਂ ਬੋਰਗੀਆਂ ਵੀ ਲਾ ਗਏ, ਤਾਂ ਬੋਰਗੀਆਂ ਵੀ ਨਹੀਂ ਕਿਸੇ ਨੂੰ ਲੱਗਣ ਦਿੱਤੀਆਂ। ਬਹੁਤ ਲੋੜ ਆ ਕੱਟ ਦੀ, ਜਿੰਨਾ ਮੇਰੇ ਦਾਦਾ ਕੀਤਾ ਹੈ ਕਿ ਆ ਕੇ ਜਿਹੜੇ ਆ ਸਾਡੇ ਜਿਹੜੇ ਘਰ ਹਾਂਜੀ ਨੌਂ ਕੀਤਾ ਹੈ ਕਿ ਕੁਤਰਾ ਕਰਦੇ ਹੈ। ਉਹ ਆ ਪਾਣੀ ਲੱਗਾ ਜਾਂ ਨਹੀਂ ਲੱਗਾ ਜੀ, ਲੱਤ ਮਾਰਨੀ ਗੰਦਾ ਚੱਲਣ ਵਾਲਾ ਹੀ ਬੈਠੇ ਪਿੰਡ ਦਾ ਨੌਕਰ ਨਹੀਂ ਗਿਆ। ਮੈਂ ਕਿਹਾ ਇਹਨੇ 2 ਘੰਟੇ ਲੱਗੀਆਂ ਨਾ। ਦੂਜੀ ਗੱਲ ਤੁਹਾਨੂੰ ਪਤਾ ਹੀ ਆ, ਆਪਣੇ ਚਲੋ ਆ ਬਜ਼ੁਰਗਾਂ ਨੂੰ ਪਤਾ ਆ, ਸਾਨੂੰ ਬੜਾ ਨਹੀਂ ਪਤਾ। ਸਾਨੂੰ ਕਿੱਦਾਂ ਸਾਡੇ ਦਾਦੇ ਬਾਬੇ ਦੱਸਦੇ, ਅਸੀਂ ਉੱਦਾਂ ਕਹਿੰਦੇ ਵੀ ਬਹੁਤ ਵੱਡੇ ਵੱਡੇ ਟਿੱਬੇ ਹੁੰਦੇ ਵੀ ਕਿੱਦਾਂ ਅਸੀਂ ਜ਼ਮੀਨਾਂ ਬਣਾਈਆਂ ਹੈ ਨਾ। ਤੇ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੇਰੇ ਡੈਡੀ ਨੇ 6 ਸਾਲ ਢਵਾਈ ਚਲਾਏ ਸੀ 60 ਤੋਂ 70 ਦੇ ਟਾਈਮ ਦੇ ਵਿੱਚ। ਹੁਣ 6 ਸਾਲਾਂ ਦੀ ਆਪਣੀ ਕਮਾਈ, ਸਾਡੇ 10 ਗੇਰ ਟਿੱਬੇ ਦੇ ਸੀਗੇ ਤੇ ਕਿੱਡੇ ਉੱਚੇ ਧੋੜੇ ਸੀ। ਤੁਸੀਂ ਰੋਡ ਦੇਖਿਆ ਨਾ ਨਕੋਦਰ ਵਾਲਾ, ਤੇ ਉਹ ਕਰਾਉਣ ਦੇ ਲਾਤੇ ਹੁਣ ਆਪਣੀ ਇੰਨੀ ਕਮਾਈ ਹੈ। ਤੇ ਉਹ ਇੰਨਾ ਕਰਨਾ ਆ ਕਿ ਆਪਾਂ ਕਿੰਨੀ ਮੁਸ਼ੱਕਤ ਕੀਤੀ, ਕਿੰਨੀ ਮਿਹਨਤ ਕੀਤੀ, ਤੇ ਅੱਜ ਉਹ ਜ਼ਮੀਨ ਕੋਡੀਆਂ ਦੇ ਭਾਅ ਜਾਂਦੀ ਅੱਜ ਬਰਦਾਸ਼ਤ ਨਹੀਂ ਕਰਦੀ, ਹੈ ਨਾ। ਆਪਾਂ ਜ਼ਮੀਨ ਵੱਟੇ, ਤੈਨੂੰ ਪਤਾ ਹੀ ਹੈ, ਕੋਈ ਮੈਂ ਵੀ ਤੁਰਿਆ ਪਿੰਡੋਂ ਇਹਨਾਂ ਦੇ ਕਰਕੇ। ਅਸੀਂ ਸਾਨੂੰ ਕੋਈ ਜਗਾਉਣ ਹੀ ਹੋਊਗਾ, 7.5 ਸਾਲ ਦਾ ਪਿੰਡ ਆ, ਅਸੀਂ ਸੰਤ ਬੜੇ ਹੋਏ, ਹੁਣ ਤੁਸੀਂ ਜਗਾਤਾ ਨਹੀਂ ਤੁਰ ਪੈਣਾ। ਮੈਂ ਵੀ ਵੀਰੇ ਤੁਰਿਆ ਤੁਹਾਡੇ ਕਰਕੇ ਤੁਰੇ। ਤੁਸੀਂ ਆਪਣੇ ਲੈਵਲ ਤੇ ਕਰਨੀ ਵੀਰੇ, ਸਾਡੀ ਜ਼ਮੀਨ ਹੈ, ਸਾਡਾ ਫੈਸਲਾ, ਅਸੀਂ ਕਿੰਨੇ ਪੈਸੇ ਲੈਣੇ ਕਿੰਨੇ ਨਹੀਂ ਲੈਣੇ। ਤੂੰ ਸਭ ਤੋਂ ਪੁੱਛੇ ਬਿਨਾਂ ਬਾੜ ਨਹੀਂ ਪਾ ਸਕਦਾ। ਇਹ ਵੀਰੇ ਤੁਹਾਡਾ ਕਿਸੇ ਦਾ ਬਾੜ ਪਾਸ ਹੋ ਗਿਆ ਨਾ, ਤੁਹਾਡਾ ਕਿਸੇ ਦਾ ਵੀ ਬਾੜ ਪਾਸ ਹੋ ਗਿਆ, ਕਹਿੰਦਾ ਉਹੀ ਬਾੜ ਚੱਲਦਾ। ਸਰਕਾਰਾਂ ਦੇ ਮੂਹਰੇ ਜ਼ੋਰ ਨਹੀਂ ਹੁੰਦਾ, ਸਰਕਾਰਾਂ ਦਾ ਦੂਜਿਆਂ ਦਾ ਸਰਕਾਰ ਹੁੰਦਾ, ਉਹ ਤੁਹਾਡੇ ਸਾਰਿਆਂ ਨਾਲ ਹੋਣਾ।
ਜੇ ਆਪਣੇ ਪਿੰਡ ਸਾਰੇ ਨੌਤ ਕਰਾ ਲਓ ਵੀਰੇ ਕੋਈ ਵਾਰ ਨਾ ਪਾਸ ਕਰਾਓ ਲੰਬੜਦਾਰਾਂ ਨੂੰ ਮਿਹਨਤ ਕਰ ਲਓ ਸਾਡੀ ਸਲਾਹ ਤੋਂ ਬਿਨਾਂ ਠੀਕ ਹੈ ਜ਼ਮੀਨ ਅਸੀਂ ਸਰਕਾਰ ਨੂੰ ਦੇਣੀ ਆ ਸਰਕਾਰ ਨੇ ਲੋਕ ਭਲਾਈ ਦਾ ਕੰਮ ਕਰਨਾ ਹੈ ਸੜਕ ਠੀਕ ਹੈ ਅਸੀਂ ਜ਼ਮੀਨ ਦੇਣ ਨੂੰ ਤਿਆਰ ਹਾਂ ਅਸੀਂ ਕਦੋਂ ਮੁੱਕਰਦੇ ਹਾਂ ਪਰ ਜ਼ਮੀਨ ਦਈਏ ਤਾਂ ਕਿ ਸਾਨੂੰ ਕੁਝ ਦੇਣਗੇ ਇੱਕ ਦਿਨ ਇਹਨਾਂ ਕਲੈਕਟਰ ਰੇਟ ਘਟਾਤੀ ਕਿੱਥੇ ਕਲੈਕਟਰ ਰੇਟ 20 ਲੱਖ ਕਿੱਥੇ ਕਲੈਕਟਰ ਰੇਟ 10 ਲੱਖ ਸਾਰਾ ਬੀਬੀ ਦੀ ਜੁਦਾ ਜੇਲਾ ਪਾਇਆ ਹਨਾ ਉਹਦਾ ਜੇਲਾ ਪਾਉਂਦੇ ਦਿੱਤਾ ਬੀਬੀ ਦੀ ਬਈ ਦੇ ਜਿਹੜੇ ਇਲਾਕੇ ਸੀਗੇ ਬਈਆਂ ਵਾਲੇ ਉਹਨਾਂ ਨੇ ਨੀਵੇਂ ਵਾਲੇ ਪਾਸੇ ਜ਼ਮੀਨਾਂ ਲਈਆਂ ਤੇ ਤਾਂ ਕਿ ਜਿਹੜਾ ਜ਼ਿਮੀਂਦਾਰ ਆ ਉਹਦੀ ਜ਼ਮੀਨ ਬਈ ਦੇ ਲਾਗੇ ਕਿਸੇ ਦੀ ਵਿਕਦੀ ਬੈਕ ਦਾ ਗਿਆ ਵੀ ਕਿਸੇ ਬੱਚੀ ਨਾ ਮਾਰਦੀ ਕੋਈ ਵੀ ਲਗਾ ਗਿਆ ਹੈ ਤੇ ਬੱਚੀ ਨਾ ਮਾਰ ਵਿੱਚ ਮਾਰੇ ਮੈਂ ਕਿਹਾ ਵੀ ਗੱਲ ਸੁਣਦੇ ਵੀਰੇ ਜਿੱਦਾਂ ਸਰਕਾਰ ਨੇ ਜਿਹਦਾ ਬਈ ਵਾਲੇ ਨੀਵੇਂ ਇਲਾਕੇ ਆ ਜਿਹਨੂੰ ਮਾਰੂ ਮਰੂ ਕਹਿੰਦੇ ਆ ਆਪਾਂ ਪਿੰਡਾਂ 'ਚ ਕਹਿੰਦੇ ਮਾਰੂ ਜਿੱਦੇ ਬਰਾਨੀ ਬਰੂਨੀ ਜੋ ਵੀ ਆ ਉੱਥੇ ਵੀ ਉਹਨਾਂ ਨੇ ਜਾਣ ਕੇ ਸੜਕਾਂ ਕੱਢੀਆਂ ਨੇ ਤਾਂ ਕਿ ਜਿਹੜੇ ਬੰਦੇ ਆ ਨਾ ਇਹਨਾਂ ਦੀ ਜ਼ਮੀਨ ਨਹੀਂ ਵਿਕਦੀ ਵੀ ਵਿਕ ਜਾਵੇ ਉਹ ਇਸ ਲਾਲਚ ਵਿੱਚ ਆਣ ਕੇ ਕਹਿੰਦਾ ਸਾਨੂੰ ਬਈ ਤੇ 30 ਲੱਖ ਮਿਲਦਾ ਆ 6 ਤੋਂ 33 ਕੇ 18 ਤੋਂ 20 ਲੱਖ ਮਿਲਦਾ ਆ ਤੇ ਉਹ ਵੇਚ ਕੇ ਲੱਭੇ ਹੁਣ ਤੇ ਕੋਈ ਰੌਲਾ ਨਾ ਪਾਵੇ ਇਸ ਲਈ ਆਪਾਂ ਇਹ ਚੀਜ਼ ਨਹੀਂ ਦੇਖਣੀ ਜਿਹੜਾ ਅੜ ਗਿਆ ਪੈਸੇ ਚਾਹੇ ਬਈ ਵਾਲਾ ਆ ਉਹਨੂੰ ਵੀ ਇੱਧਰਲੇ ਦੇ ਬਰਾਬਰ ਹੀ ਪੈਸੇ ਮਿਲਦੇ ਫਿਰ ਮੈਂ ਸੜਕ ਦਾ ਮਾਰਕੀਟ ਉਹਦਾ ਰੇਟ ਲੱਗ ਹੁੰਦਾ ਆ ਉਦੋਂ ਪਿੱਛੇ ਹੋਵੇ ਚਾਹੇ ਬਈ ਤੇ ਹੋਵੇ ਅਸੀਂ ਇਹ ਮੰਗ ਰੱਖੀ ਵੀ ਸਾਨੂੰ ਪੈਸੇ ਸੇਮ ਚਾਹੀਦੇ ਚਾਹੇ ਕਿਸੇ ਦੀ ਬਈ ਦੇ ਵਿੱਚ ਨਹੀਂ ਚਾਹੇ ਕਿਸੇ ਦੀ ਬਾਹਰ ਚਾਹੇ ਕਿਸੇ ਦੀ ਸੜਕ ਤੋਂ ਅੱਗੇ ਦੇ ਪਿੱਛੇ ਪਰ ਅਸੀਂ ਉਹ ਅੱਗੇ ਦਾ ਵੀ ਇਹ ਫੈਸਲਾ ਕੀਤਾ ਕਿ ਜੇ 10 ਖੇਤ ਆ ਇੱਕ ਟੱਕ ਆ 15 ਖੇਤ ਆ ਉਹਨੂੰ ਜੋ ਤੁਸੀਂ ਬੋਲਦੇ ਖੇਤ ਦਾ ਦੇਣਾ ਉਹੀ ਅਸੀਂ ਪਿਛਲੇ ਜਿੰਨੀ ਜ਼ਮੀਨ ਅਕਵਾਇਰ ਹੁੰਦੀ ਹੈ ਢਾਡੀ ਮੰਨ ਕੇ ਚਲੋ ਸੜਕ ਤੇ ਇੱਦਾਂ ਜ਼ਮੀਨ ਆ ਉਹ ਸੜਕ ਨਿਕਲ ਜਾਂਦੀ ਹੈ ਚਾਹੇ ਕਿਸੇ ਦੇ 4 ਖੇਤ ਆਏ ਚਾਹੇ ਕਿਸੇ ਦੇ 5 ਜੋ ਤੁਸੀਂ ਬੋਲਦੇ ਖੇਤ ਦਾ ਦੇਣਾ ਉਹੀ ਅਸੀਂ ਪਿਛਲਿਆਂ ਦਾ ਲੈਣਾ ਕਿਉਂਕਿ ਸਾਡਾ ਸੜਕ ਦੇ ਮਤਲਬ ਅਸੀਂ ਫਰੰਟ ਨਹੀਂ ਦੇਖਣਾ ਅਸੀਂ ਆਪਣਾ ਟੱਕ ਦੇਖਣਾ ਪਲਾਟ ਦੇਖਣਾ ਸਾਡਾ 10 ਖੇਤਾਂ ਦਾ ਪਲਾਟ ਆ ਸਾਡੇ 10 ਦੇ ਵਿੱਚ ਦੀ ਲੰਘੀ ਆ ਅਸੀਂ ਇਹ ਚੀਜ਼ ਦੇਖਣੀ ਸਾਰਿਆਂ ਨੂੰ ਵੱਡੀ ਗੱਲ ਤਾਂ ਆਪਣੇ ਸਰਬਤ ਲੈਣਾ ਦੀ ਉਹ ਤੈਨੂੰ ਪਤਾ ਹੀ ਆ ਉਹਦੀ ਤਾਂ ਮੇਨ ਲੜਾਈ ਆ ਸਰਬਤ ਲੈਣਾ ਉਹ ਕਹਿੰਦੇ ਤੁਹਾਨੂੰ ਚੜ੍ਹ ਨਹੀਂ ਦੇਣਾ ਤੇ ਜੇ ਸਾਨੂੰ ਚੜ੍ਹ ਨਹੀਂ ਦੇਣਾ ਉੱਥੇ ਤੇ ਵੀ ਅਸੀਂ ਸੜਕ ਨੂੰ ਕਰਨਾ ਵੀ ਕੀ ਹੈ ਅਸੀਂ ਕੀ ਕਰਨਾ ਸਾਨੂੰ ਵੀ ਅਸੀਂ ਜ਼ਮੀਨ ਦੇਣ ਡਏ ਆ ਆਪਣੇ ਨਿਆਣੇ ਭੁੱਖੇ ਮਰ ਚਲੋ ਠੀਕ ਆ ਜਿਹਨਾਂ ਨੂੰ ਜ਼ਮੀਨ ਆਪਾਂ ਦੇ ਦਿੰਦੇ ਹੁਣ ਆਪਾਂ ਨੂੰ ਇਹ ਗਾਰੰਟੀ ਹੈਗੀ ਕਿਸੇ ਨੂੰ ਵੀ ਆਪਾਂ ਨੂੰ ਮੂਰੇ ਕਿਦਾਂ ਕੀ ਪਤਾ ਆਪਾਂ ਨੂੰ ਜ਼ਮੀਨ ਦੇ ਪੈਸੇ ਮਿਲਣ ਉਹਦੇ ਬੰਦੇ ਹੋਰ ਵੀ ਚੜੇ ਹੋਏ ਆ ਜ਼ਮੀਨ ਦੇਣ ਨੂੰ ਸਾਡੇ NRI ਬੰਦੇ ਕਿੰਨੇ ਆ ਮਤਲਬ ਤੇ NRI ਜ਼ਿਆਦਾਤਰ ਆਪਣਾ ਦਬਾਅ NRI ਹੈ ਇਹਦੇ ਨਾ ਸਰਕਾਰ ਕਹਿੰਦੀ 35% ਅਸੀਂ NRIਆਂ ਦਾ ਕੱਟਣਾ ਇਹ ਕਹਿੰਦੇ 35% ਕੱਟਣਾ ਵੀ ਅਸੀਂ ਆਪਣਾ DDS ਕੱਟਣਾ ਠੀਕ ਆ ਸਾਡੀ ਜ਼ਮੀਨ ਚੋਰੀ ਸੀ ਜੇ ਕਿਹੜਾ ਦਾਣਾ ਪਾਣੀ ਬਾਹਰ ਦਾ ਬਣ ਗਿਆ ਕੋਈ ਬਾਹਰ ਚਲ ਗਿਆ ਉਹਦੀ ਜ਼ਮੀਨ ਕੀ ਗੱਲ ਮਤਲਬ ਚੋਰੀ ਦੀ ਹੋਵੇ ਤੇ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਉਹ ਕਹਿੰਦੇ ਜਮਾਬੰਦੀਆਂ ਦਿਓ 20 ਕੁਆਂਟਲ ਤੋਂ ਵੱਧ ਅਸੀਂ ਫਸਲ ਨਹੀਂ ਲੈਣੀ ਹੈਨਾ ਤੇ ਇਹਦਾ ਕੀ ਮੈਟਰ ਬਣਦਾ ਆ ਵੀ ਜਿਹੜੇ ਆਪਣੇ ਠੇਕੇ ਭੋੜੀਆਂ ਕਰਦੇ ਬੰਦੇ ਉਹ ਭੁੱਖੇ ਮਾਰਨ ਵਾਲੀ ਗੱਲ ਆ ਜਿਹੜੇ NRI ਬੰਦੇ ਤੁਹਾਡੀ ਹੈਲਪ ਕਰਦੇ ਆ ਉਹਨਾਂ ਨੂੰ ਭੁੱਖੇ ਮਾਰਨ ਦੀ ਗੱਲ ਆ ਵੀ ਉਹਨਾਂ ਦੀ ਜ਼ਮੀਨ ਕੋਈ ਵਾਵੇ ਨਾ ਛੱਡ ਕੇ ਪਰੇ ਹੋਣ ਚਲੋ ਠੀਕ ਹੈ ਕਿਸੇ ਬੰਦੇ ਕੋਲ ਨਹੀਂ ਆਪਦੀ ਜ਼ਮੀਨ ਹੁੰਦੀ ਉਹ ਠੇਕੇ ਪਾਉਂਦਾ ਠੇਕੇ ਆਪਣਾ ਵੀ ਬੁੱਧਾ ਲਾਉਂਦਾ ਅਗਲੇ ਦਾ ਵੀ ਸਾਥ ਦਾ ਕਰਜ਼ਾ ਦਾ ਹਰ ਇੱਕ ਜ਼ਿਮੀਂਦਾਰ ਕਰਿਆ ਆਪਾਂ ਦੇਖੋ ਵੱਡੀਆਂ ਮੋਟਰਾਂ ਲਵਾਈਆਂ ਇਸ ਕਰਕੇ ਆਪਾਂ ਕਿਹਾ ਆਪਾਂ ਹਰੀ ਕ੍ਰਾਂਤੀ ਨੂੰ ਵਧਾਈਏ ਹੋਰ ਵੀ ਆਪਣੀ ਫਸਲ ਸੋਹਣੀ ਹੋਵੇ ਆਪਣਾ ਪੰਜਾਬ ਦਾ ਨਾਮ ਰੋਸ਼ਨ ਹੋਵੇ ਆਪਾਂ ਵੱਡੀਆਂ ਜਿੱਥੇ ਆਪਾਂ ਨੂੰ 7.5 ਦੀਆਂ ਮੋਟਰਾਂ ਅੱਗੇ ਉੱਥੇ ਅੱਜ ਆਪਣੇ 15 ਦੀਆਂ ਮੋਟਰਾਂ ਕਿਉਂ 15 ਦੀਆਂ ਮੋਟਰਾਂ ਆਪਣੇ ਪਾਣੀ ਦਾ ਸਰਦਾ ਜਿੱਥੇ ਆਪਣੇ ਟਰੈਕਟਰ ਮੈਸੀ ਚੱਲਦੇ ਹੁੰਦੇ ਸੀ ਉੱਥੇ ਅੱਜ ਆਪਾਂ ਵੱਡੇ ਟਰੈਕਟਰ ਲੈ ਕਿਉਂ ਵੱਡੇ ਟਰੈਕਟਰ ਲਏ ਆ ਆਪਣਾ ਸਰਦਾ ਨਹੀਂ ਕਿਉਂਕਿ ਆਪਾਂ ਅੱਗੇ ਭਾਉਂਦਾ ਨੇ ਖੇਤੀਆਂ ਘੱਟ ਸੀ ਹੁਣ ਸਿਸਟਮ ਉਸ ਹਿਸਾਬ ਦਾ ਬਣ ਗਿਆ ਆ ਅੱਗੇ ਪੁਰਾਣੇ ਬਜ਼ੁਰਗ ਸੀ ਚਲੋ ਹੱਥੀਂ ਕਰ ਲੈਂਦੇ ਸੀ ਹੁਣ ਗਾਂ ਜਾਣ ਲੋਕਾਂ ਦੀਆਂ ਨਹੀਂ ਹੈਗੀਆਂ ਤੈਨੂੰ ਪਤਾ ਹੀ ਆ ਅਸੀਂ ਜਵਾਨ ਆ ਮੁੰਡੇ ਆ ਅਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਬਜ਼ੁਰਗ ਕੀ ਕਰਨਾ ਤੁਸੀਂ ਕਰਦੇ ਰਹੇ ਆ ਟਾਈਮ ਦੇਖਿਆ ਇੱਥੇ ਦੇਖਿਆ ਹੀ ਨਹੀਂਗਾ ਅਸੀਂ ਤਾਂ ਜੰਮੇ ਬੜੇ ਫੈਲਸੂਫੀਆਂ ਦੇ ਬੱਚੇ ਆ ਉਹਦਾ ਦਾ ਟਾਈਮ ਜਿੱਦਾਂ ਦਾ ਉਦਾਂ ਦਾ ਕਿੱਦੀ ਜਾਂਦੇ ਆ ਆਪਾਂ ਵੱਡੇ ਟਰੈਕਟਰ ਲਏ ਆ ਤੇ ਉਹ ਟਰੈਕਟਰ ਆਏ ਕਿੱਥੋਂ ਆ ਆਪਾਂ ਬੈਂਕਾਂ ਤੋਂ ਇਹਨਾਂ ਨਾਲ ਲੋਨ ਕਰਾਇਆ ਹਨਾ ਅੱਜ ਆਪਣੀਆਂ ਜ਼ਮੀਨਾਂ ਚੱਕਰੀਆਂ ਆਪਾਂ ਟਰੈਕਟਰ ਚਲਾਉਣੇ ਕਿਤੇ ਕੋਠਿਆਂ ਤੇ ਆਪਾਂ ਮੋਟਰਾਂ ਦਾ ਪਾਣੀ ਕਿੱਥੇ ਪਾਉਣਾ ਕੋਠਿਆਂ ਤੇ ਪਾਉਣਾ ਜ਼ਮੀਨ ਹੋਊਗੀ ਤਾਂ ਬੀ ਪਾਣੀ ਪਾਵਾਂਗੇ ਉਹ ਜਿਹੜਾ ਜ਼ਮੀਨ ਦਾ ਮੰਗਦੇ ਚਲੋ ਕੋਈ ਆਪਾਂ 4 ਲੱਖ ਮੋਟਰ ਤੇ ਲਾਤਾ 4 ਲੱਖ ਟਰੈਕਟਰ ਤੇ 5 ਪੈ ਗਿਆ ਉਹ 9 ਲੱਖ ਆਪਾਂ ਤੋਂ ਲੈਣ ਨਹੀਂ ਲਿਆ ਆਪਣਾ ਤਾਂ ਫਸਲ ਤੇ ਵੇਚਦੇ ਆ ਆਪਣਾ ਘਰ ਹੀ ਮੱਥੀ ਚੱਲਦਾ ਸਾਰੀ ਪਾਣੀ ਨਿਕਲਦਾ
ਤੇ ਉਹ 9 ਲੱਖ ਰੋਜ਼ ਹਰ ਸਾਲ ਪੈ ਗਏ 10 12 15 20 ਉਹ ਆਪਾਂ ਵੀ ਉਹਦਾ ਵੀ ਹਰਜਾਨਾ ਰੱਖਿਆ, ਸਾਨੂੰ ਸਰਕਾਰ ਉਹਦਾ ਹਰਜਾਨਾ ਵੀ ਦੇਵੇ, ਸਾਨੂੰ ਜਾੜੇ ਪੱਤੇ ਵੀ ਦੇਵੇ। ਅਸੀਂ ਉੱਜੜ ਚੱਲੇ ਆ, ਇਹਨੂੰ ਉੱਜੜ ਕੇ ਚੱਲੇ ਆ। ਸਾਡੇ ਕੋਲ ਉਹੀ ਜ਼ਮੀਨ ਹੈ, ਉਹੀ ਸਾਡੀ ਸੜਕ 'ਚ ਆ ਗਈ ਹੈ, ਸਾਨੂੰ ਮੂਹਰੇ ਕੋਈ ਗਰੰਟੀ ਨਹੀਂ, ਸਾਨੂੰ ਇੰਨੇ ਕੁ ਪੈਸੇ ਤਾਂ ਮਿਲਣ ਕਿ ਅਸੀਂ ਗਾਂ ਆਪਣਾ ਕੋਈ ਆਪਣਾ ਰਹਿਣ ਦੀ ਬਣਾ ਲਈਏ, ਕੋਈ ਸਾਡੇ ਘਰ ਚੋਂ ਟੱਬਰ ਨੂੰ ਕੋਈ ਨੌਕਰੀ ਦਿਓ ਸਰਕਾਰੀ, ਹਨਾ। ਇਹ ਸਰਕਾਰ ਨੇ ਸੋਚਿਆ ਵੀ ਆਪਾਂ ਪੰਜਾਬ ਨੂੰ ਮਾਰਨਾ ਹੈ, ਪੰਜਾਬ ਨੂੰ ਮਾਰੀ ਜਾਣ ਰਹੀ ਹੈ। ਇਹ ਅੱਜ ਵੀਰੋ ਪੰਜਾਬ ਅੱਜ ਆਪਣਾ ਇੱਕ ਨਾ ਹੋਇਆ, ਆਪਾਂ ਅੱਜ ਇੱਕ ਖਤਮ ਦੇ ਨਾ ਆਏ ਤੇ ਆਪਣਾ ਦੇਸ਼ ਉੱਪਰ ਇਹ ਆਪਾਂ ਤਾਂ ਹੁਣ ਵੀ ਟਾਈਮ ਹੈ। ਅੱਜ ਉਦੋਂ ਵੀ ਟਾਈਮ ਸੀ ਜਿੱਦਣ ਉਹ ਦਿੱਲੀ ਜਾ ਕੇ ਬੈਠੇ, ਉਹ ਵੀ ਟਾਈਮ ਸੀ ਇਹਨਾਂ ਨੇ ਸਾਂਭ ਲਿਆ, ਦਿੱਲੀ ਜਾ ਕੇ ਬਹਿ ਗਏ। ਤਕਰੀਬਨ ਲਾ ਲਓ ਆਪਣੇ ਜੋ ਲਾ ਲਓ ਪਹਿਲੇ ਕਰਦਾ ਜਦੋਂ ਉਹਦੇ ਬੈਰੀਅਰ ਤੋੜੇ, ਜਦੋਂ ਸਭ ਕੁਝ ਕਰਕੇ ਗਏ ਦਿੱਲੀ ਪਹੁੰਚੇ, ਆਪਣੇ ਚ ਕਿੰਨੇ ਕੁ ਮੇਰੇ ਵੀਰੇ ਉਹਨਾਂ ਦੇ ਨਾਲ ਬੰਦਿਆਂ ਦੇ ਹੋਵਾਂਗੇ। ਮੈਂ ਨਹੀਂ ਸੀ ਉਹਨਾਂ ਦੇ ਨਾਲ, ਸਿੱਧੀ ਗੱਲ ਤੁਹਾਨੂੰ ਦੱਸਦਾ, ਮੈਂ ਨਹੀਂ ਸੀ ਨਾਲ, ਮੈਂ ਨਹੀਂ ਗਿਆ ਉੱਧਰ, ਹਨਾ। ਤੇ ਤੁਹਾਡੇ ਵਿੱਚੋਂ ਵੀ ਤੁਸੀਂ ਤਾਂ ਕੋਈ ਵੀ ਨਹੀਂ, ਮੈਂ ਮੇਰੇ ਹਿਸਾਬ ਨਾਲ ਗਿਆ, ਕੋਈ ਇੱਕ ਅੱਧਾ ਬੰਦਾ ਗਿਆ ਉਹ, ਚਲੋ ਮੈਂ ਮੰਨਦਾ ਹਾਂ, ਪਰ ਲੇਕਿਨ ਉਹ ਜਵਾਨ ਖੜੇ ਹੋਏ ਤਾਂ ਸਭ ਕੁਝ ਹੋ ਗਿਆ, ਨਹੀਂ ਤਾਂ ਕੁਝ ਵੀ ਨਹੀਂ ਹੋਣਾ। ਚਲੋ ਅੱਜ ਆਪਾਂ ਨਾ ਇੱਧਰ ਆਉਣੀ ਜਾਂ ਉੱਧਰ ਆਉਣੀ, ਅੱਜ ਆਪਾਂ ਖੜੇ ਹਾਂ, ਆਪਾਂ ਖੜੇ ਹੋ ਕੇ ਸਭ ਕੁਝ ਕਰ ਸਕਦੇ ਹਾਂ। ਜਿਹੜਾ ਆਪਣੇ 10 ਬੰਦਿਆਂ ਦੀ ਮੈਜੋਰਟੀ, ਜਿੱਦਾਂ ਅੰਕਲ ਦੱਸਦੇ ਕਹਿੰਦੇ ਪਿੰਡ ਚੋਂ 4-4 ਬੰਦੇ ਵੀ ਹੋਏ, 10 ਪਿੰਡਾਂ ਵਿੱਚ 40 ਹੋ ਜਾਣੇ, ਪਰ ਆਪਾਂ ਵੀਰੇ 4-4 ਕਿਉਂ ਆ? ਜੇ ਆਪਣੇ ਪਿੰਡ ਚੋਂ 20 ਜਣਿਆਂ ਦੀ ਜ਼ਮੀਨ ਆਈ ਹੈ ਤੇ ਆਪਾਂ 20 ਘੱਟੋ ਘੱਟ 20 ਬੰਦੇ ਤਾਂ ਹੈਗੇ ਹੀ ਆ ਪਿੰਡ। ਤੇ ਇਦਾਂ ਤਾਂ ਹੋਇਆ ਨਹੀਂ ਵੀ ਕਿਸੇ ਪਿੰਡ 'ਚ 2 ਬੰਦੇ ਜ਼ਿਮੀਂਦਾਰਾਂ ਦੀ ਜ਼ਮੀਨ ਆਈ ਹੋਵੇ, ਜੇ ਤਿੰਨਾਂ ਦੀ ਨਹੀਂ, ਤਿੰਨਾਂ ਦੀ ਏਡੇ ਵੱਡੇ ਪਿੰਡ ਆ, ਇੰਨਾ ਏਰੀਆ ਆਪਣੇ ਪਿੰਡ ਪਰ ਪਿੰਡ ਜ਼ਮੀਨ ਦਾ, ਤੇ ਕਿੰਨੇ ਘੱਟੋ ਘੱਟ 10-10 ਬੰਦਿਆਂ ਦੀ 12-12 ਦੀ ਤਾਂ ਆਈ ਹੋਊਗੀ, ਆਈ ਹੈ। ਇਸ ਲਈ 12-12 ਵੀ ਬੰਦੇ ਆਪਾਂ ਤੁਰਦੇ ਆ ਤੇ ਕਿੰਨੇ ਆਪਾਂ ਬਣ ਜਾਂਦੇ ਆ। ਮੇਰੇ ਖਿਆਲ ਤੁਹਾਡੇ ਮੇਰੇ ਹਿਸਾਬ ਨਾਲ ਇਹ ਏਰੀਏ ਦੇ ਵਿੱਚ ਜਿਹਨਾਂ ਦੀ ਜ਼ਮੀਨ ਹੈ 3-4 ਬੰਦਾ ਤੁਹਾਡੇ ਏਰੀਆ ਦਾ ਹੋਣਾ ਜ਼ਿਆਦਾ ਗਏ, ਇਹ ਉਹ 3-4 ਦਾ ਹੀ ਹੋਊਗਾ। ਚਲੋ ਜ਼ਿਆਦਾ ਜਦੋਂ ਮੰਨ ਕੇ ਬਹੁਤ ਵਧੀਆ ਕਰ ਲਿਆ। ਬੱਚੇ ਇਦਾਂ ਦੇ ਬੰਦੇ ਵੀ ਆਪਣੇ ਹੈਗੇ ਆ ਵੀ ਚਲੋ ਜਿਨ੍ਹਾਂ ਦੀ ਨਹੀਂ ਜ਼ਮੀਨ, ਅੰਕਲ ਦੱਸਦੇ ਕਹਿੰਦੇ ਸਾਡੀ ਜ਼ਮੀਨ ਨਹੀਂ ਆਉਂਦੀ, ਅਸੀਂ ਜ਼ਮੀਨਾਂ ਵਾਲੇ। ਯਾਰ ਇਹ ਜ਼ਮੀਨਾਂ ਵਾਲੇ ਤਾਂ ਆਪਣੀਆਂ ਜ਼ਮੀਨਾਂ ਵਾਲੇ ਨੇ ਕਦੋਂ ਭਰੀਆਂ ਹੈ, ਤੇ ਆਪਾਂ ਤਾਂ ਇਹਨਾਂ ਨੂੰ ਮੂਹਰੇ ਹੋ ਕੇ ਹੋਰ ਵੀ ਤੁਰਨਾ ਹੈ। ਯਾਰ ਇਹ ਬੰਦੇ ਤੁਰ ਰਹੇ ਆ, ਚਲੋ ਆਪਾਂ ਕਿਤੇ ਆਪਣੇ ਆਪਾਂ ਇੱਕ ਦੂਜੇ ਵੱਲ ਨਹੀਂ ਦੇਖਣਾ, ਇਹਨਾਂ ਵੱਲ ਹੀ ਦੇਖ ਲਈਏ। ਚਲੋ ਵੀ ਇਹ ਬੰਦੇ ਤੁਰੇ ਆ, ਜ਼ਮੀਨਾਂ ਤੋਂ ਬਿਨਾਂ ਹੀ ਇਹ ਬੰਦੇ ਤੁਰੇ। ਉਹ ਇਹ ਗੱਲ ਆ ਵੀਰੇ, ਇਹ ਗੱਲ ਅਸੀਂ ਉੱਥੇ ਦਿੱਲੀ ਜਦੋਂ ਪਟਿਆਲੇ ਧਰਨਾ ਲੱਗਾ ਸੀਗਾ, ਪਟਿਆਲੇ ਸਾਡੇ ਇਹਨਾਂ ਬੰਦਿਆਂ ਦੀਆਂ ਸ਼ਿਕਾਇਤਾਂ ਸੀ, ਕਹਿੰਦੇ ਆਪਾਂ ਸਾਰੇ ਰਿੰਗ ਰੋਡ ਵਾਲੇ ਆ, ਤੁਹਾਨੂੰ ਪਤਾ ਮੇਰੀ ਜ਼ਮੀਨ ਜਿੱਦਾਂ ਦੋਨੇ ਪਾਸੇ ਆਈ ਹੈ, ਜੰਮੂ ਕਟੜੇ ਦੀ ਵੀ ਰਿੰਗ ਰੋਡ ਦੀ ਗਈ। ਮੈਨੂੰ ਜਦੋਂ ਮੈਂ ਕਿਸੇ ਪਿੰਡ ਗਿਆ ਤਾਂ ਬੰਦੇ ਨੇ ਮੈਨੂੰ ਰਿੰਗ ਰੋਡ ਵਾਲਿਆਂ ਨੇ ਕੁਐਸਚਨ ਕੀਤਾ, ਕਹਿੰਦਾ ਵੀ ਵੀਰੇ ਗੱਲ ਉਹ ਕਰਦੇ ਆ ਵੀ ਜੰਮੂ ਕਟੜਾ ਐਕਸਪ੍ਰੈਸ ਦੀ। ਮੈਂ ਕਿਹਾ ਵੀਰੇ ਅੱਜ ਤੋਂ ਜੰਮੂ ਕਟੜਾ ਐਕਸਪ੍ਰੈਸ ਇਹ ਨਹੀਂ ਹੋਊਗਾ, ਅੱਜ ਤਾਂ ਹੋਊਗਾ ਪੰਜਾਬ ਰੋਡ ਸੰਘਰਸ਼ ਕਮੇਟੀ ਦਾ। ਜਿੰਨੇ ਵੀ ਰੋਡ ਨਿਕਲੇ ਉਹ ਸਾਰਿਆਂ ਦੀ ਬਾਂਹ ਫੜਾਂਗੇ ਇੱਕ ਦੀ। ਉੱਥੇ ਅਸੀਂ ਉਹਨਾਂ ਨਾਲ ਗੱਲ ਕੀਤੀ, ਮੀਟਿੰਗ ਰੱਖੀ ਕਿ ਇਹ ਜੰਮੂ ਕਟੜਾ ਐਕਸਪ੍ਰੈਸ ਨੂੰ ਛੱਡੋ, ਪੰਜਾਬ ਰੋਡ ਸੰਘਰਸ਼ ਕਮੇਟੀ ਇਹ ਕਰੋ। ਉੱਥੇ ਉਹਨਾਂ ਨੇ ਉਹ ਕੰਮ ਕੀਤਾ। ਤੇ ਮਤਲਬ ਇਹ ਤਾਂ ਛੋਟੀ ਗੱਲਾਂ ਮਤਲਬ ਆਪਣੀ ਏਕਤਾ ਨਹੀਂ ਬਣ ਸਕਦੀਆਂ। ਜਿੱਦਾਂ ਮਤਲਬ ਜਿੱਦਾਂ ਆਪਾਂ ਖੋਜੜੀ ਅੱਜ ਕੱਲ੍ਹ ਜ਼ਿਆਦਾ ਹੋ ਗਏ, ਆਪਾਂ ਛੋਟੀ ਗੱਲ ਨੂੰ ਕੈਚ ਕਰਨ ਲੱਗ ਪਏ ਹਾਂ। ਉਹ ਜਿਹੜੀ ਆਪਣੀ ਕੈਚਿੰਗ ਹੈ ਨਾ, ਆਪਾਂ ਆਪਣੇ ਆਪ 'ਚ ਬਹੁਤ ਓਵਰ ਸਮਾਰਟ ਬਣਦੇ ਹਾਂ। ਮੈਂ ਵੀ ਨਾਲ ਹੀ ਹਾਂ, ਤੇ ਪਰ ਉਹ ਗੱਲ ਇਹ ਸੋਚੋ ਵੀ ਅਸੀਂ ਇਹ ਗੱਲ ਕੀਤੀ ਆ ਵੀ ਸਾਡੇ ਆ ਗਈ ਨਾ ਉਹੀ ਗੱਲ ਜਿੱਦਾਂ ਪਟਿਆਲੇ ਦੀ ਆ ਬੜੀ ਪੀੜੀ ਦੇ ਨਾਲ ਹਾਂਜੀ ਐਮਪੀ ਪਟਿਆਲੇ ਵਾਲੇ ਅਸੀਂ ਗਏ ਸੀ ਉੱਥੇ ਜਨਵਰੀ ਵਿੱਚ ਤਾਂ ਉੱਥੇ ਜਾਂਦੇ ਹੋਏ 2 ਘੰਟੇ ਬੈਠੇ ਉੱਠ ਗਿਆ ਸਾਡੇ ਨਾਲ ਆਹ ਦੇਖੋ ਇੱਧਰ, ਆਹ ਦੇਖੋ ਅਸੀਂ ਨਾਲ ਹੀ ਆ, ਸਾਡੇ ਗਰੁੱਪ ਆ ਜੰਮੂ ਕਟੜੇ ਵਾਲੇ ਜਿਹੜੇ ਬੰਦਿਆਂ ਨੇ ਬਣਾਏ ਆ। ਆਹ ਦੇਖੋ ਰੋਡ ਸੰਘਰਸ਼ ਕਮੇਟੀ, ਇਹ ਵੀ ਕਦੇ ਜੰਮੂ ਕਟੜੇ ਦਾ ਨਾਂ ਆਇਆ? ਇਹ ਸਾਰਾ ਪੰਜਾਬ ਵੇਖਿਆ। ਇਹ ਗੱਲ ਕੋਈ ਬੰਦਾ ਜੇ ਕਿਸੇ ਦੇ ਦਿਲ 'ਚ ਵੀ ਆ ਉਹਨੂੰ ਕੱਢ ਦਿਓ, ਉਹਨੂੰ ਕੱਢ ਦਿਓ। ਅਸੀਂ ਇਸ ਕਰਕੇ ਵੀਰੇ ਪਹਿਲਾਂ ਪੁੱਛ ਲਈ ਤਾਂ ਸਾਰਿਆਂ ਨੂੰ ਵੀਰੇ ਜਿਹਦੇ ਤੋਂ ਤੁਰਨ ਵਾਲਾ ਬੰਦਾ, ਦੇਖੋ ਤੁਰਨ ਦਾ ਫਾਇਦਾ ਤਾਂ ਹੀ ਹੁੰਦਾ ਹੈ ਜਦੋਂ ਆਪਾਂ ਸਿਰਾ ਲਾਉਣਾ, ਉਹ ਤੁਰਨ ਦਾ ਫਾਇਦਾ ਨਹੀਂ ਹੁੰਦਾ ਜਦੋਂ ਆਪਾਂ ਕੋਈ ਸਿਰਾ ਨਹੀਂ ਲਾਉਂਦੇ। ਅੱਜ ਆਪਣੇ ਸਿਰ ਧੜ ਦੀ ਬਾਜੀ ਹੈ ਜੀ, ਅੱਜ ਆਪਾਂ ਸਿਰਾ ਲਾਵਾਂਗੇ, ਸਿਰਾ ਲਾ ਕੇ ਵੀ ਆਪਣੀ ਟਿਕਾਣੇ ਲੱਗਣਾ। ਸਰਕਾਰਾਂ ਮੂਹਰੇ ਕੋਈ ਜ਼ੋਰ ਨਹੀਂ ਹੁੰਦਾ, ਵਿਰੋਧ ਕਰ ਸਕਦੇ ਆ ਡਟ ਕੇ, ਵਿਰੋਧ ਇਕੱਠੇ ਹੋ ਕੇ ਹੋ ਸਕਦਾ, ਇਕੱਲਾ ਬੰਦਾ ਵਿਰੋਧ ਨਹੀਂ ਕਰ ਸਕਦਾ। ਇਹ ਵਿਰੋਧ ਤਾਂ ਤੁਹਾਡੇ ਨਾਲ ਹੀ ਹੋਣਾ ਹੈ। ਮੈਂ ਇਕੱਲਾ ਦਾ ਧਿਆਨ ਬਸ ਆਪਣੇ ਦਿਲ ਦੀ ਗੱਲਾਂ ਸਾਂਝੀਆਂ ਕਰਨ ਆਇਆ ਵੀ ਇੱਦਾਂ ਦਾ ਚੱਕਰ ਆ, ਵੀ ਇੱਦਾਂ ਦਾ ਬਣੇ ਆ ਕਿ ਜਿਹੜੇ ਭਾਜੀ ਉਹਨਾਂ ਨੇ ਗੱਲ ਦੱਸੀ ਉਹ ਸੜਕ ਦੇ ਵਿੱਚ ਤੇ ਆਉਣੀ ਜ਼ਮੀਨ, ਜਿਹੜਾ ਬਾਕੀ ਪਿੰਡਾਂ ਨੂੰ ਨੁਕਸਾਨ ਹੋਣਾ। ਹੁਣ ਅਸੀਂ ਕਿਸ਼ਨਗੜ੍ਹੋਂ ਜਲੰਧਰ ਨੂੰ ਜਾਈਦਾ, ਇੱਥੋਂ ਵਿੱਚੋਂ ਦੀ ਰਾਹ ਹੀ ਨਾ ਦੇਣਗੇ
ਜਾਂ ਇਹਨੂੰ ਸੜਕ ਨੂੰ ਇੱਧਰ ਨੂੰ ਚਾੜਤਾ ਜਾਂ ਜੰਮੂ ਕੇ ਹੋਰ ਰੋਡ ਬਣਾ ਲਿਆ ਉਹਨਾਂ ਨੇ, ਠੀਕ ਹੈ ਨਾ, ਆਪਣਾ ਏਰੀਆ ਸਾਰਾ ਖਤਮ ਹੋ ਜਾਣਾ। ਹੁਣ ਸਾਡਾ ਪਿੰਡ ਆ ਕਿਸ਼ਨਗੜ੍ਹ ਆ, ਇਹਦਾ ਬੱਲਾਂ ਤੋਂ ਭਾਵੇਂ ਛੋਟਾ ਸੀਗਾ, ਇਹਦਾ ਸਿਰਫ ਮੁੱਲ ਤਾਂ ਆ ਪਿਆ ਇੱਕ ਉਹਦੀ ਲੋਕੇਸ਼ਨ ਆ ਜਿਹੜੀ, ਉਹਦੇ ਕਰਕੇ ਲੋਕੇਸ਼ਨ ਸੀਗੀ ਵੀ ਜਿਹਨੇ ਅੰਮ੍ਰਿਤਸਰੋਂ ਜਾਣਾ ਹੁਸ਼ਿਆਰਪੁਰ ਨੂੰ, ਉਹਦੇ ਲਈ ਸ਼ਾਰਟਕਟ ਸੀਗਾ, ਹੈ ਨਾ, ਚੌਂਕ ਬਣ ਗਿਆ। ਤੇ ਹੁਣ ਇਹਨਾਂ ਨੇ ਉਹ ਰੋੜੇ ਨੂੰ ਬਣਾ ਦੇਣਾ ਵੱਡਾ, ਚਲੋ ਉਹ ਤੇ ਲੋਕੀ ਜਾਣਗੇ, ਜਿਹਨੇ ਅੰਮ੍ਰਿਤਸਰੋਂ ਜਾਣਾ ਉਹ ਜਾਊਗਾ, ਚੜ੍ਹਨ ਵੀ ਜਾਊਗਾ, ਸ਼ਹਿਰਾਂ ਵਾਲਿਆਂ ਨੂੰ ਕੋਈ ਨੁਕਸਾਨ ਨਹੀਂ ਇਹਦਾ ਇੱਦਾਂ ਹੋਵੇਗਾ। ਪਰ ਜਿਹੜੇ ਛੋਟੇ ਛੋਟੇ ਪਿੰਡ ਆ ਉਹ ਖਤਮ ਹੋ ਜਾਣਗੇ। ਦੂਸਰੀ ਗੱਲ, ਜਦੋਂ ਭਾਜੀ ਦਾ ਫੋਨ ਆਇਆ ਸੀ ਮੈਨੂੰ, ਮੇਰੇ ਕੋਲ ਸੈਕਟਰੀ ਸਾਹਿਬ ਬੈਠੇ ਸੀ ਜਲੰਧਰੋਂ ਬੀਡੀ ਦਾ ਦਫ਼ਤਰ ਤੋਂ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਜੀ ਕਿ ਕਿੱਦਾਂ ਚੱਕਰ ਕਿੱਦਾਂ ਟਾਲ ਸਕਦਾ। ਉਹ ਕਹਿੰਦੇ ਵੀ ਹੱਲ ਇੱਕ ਆ ਵੀ ਜੇ ਸਾਰੇ ਜਿੰਨਿਆਂ ਦੀ ਵੀ ਜ਼ਮੀਨ ਆਉਂਦੀ ਆ, ਜੇ ਸਾਰੇ ਰਲ ਜਾਣ ਨਾਲ, ਜੇ ਸਾਰੇ ਨਹੀਂ ਤਾਂ ਕਹਿੰਦਾ 90% ਜੇ ਬੰਦੇ ਕਹਿਣ ਜ਼ਮੀਨ ਨਹੀਂ ਦੇਣੀ, ਮੈਂ ਕਿਹਾ ਸਰਕਾਰ ਨੂੰ ਰੱਦ ਕਰਨ ਤੇ ਮਜਬੂਰ ਕਰ ਸਕਦੇ, ਕਹਿੰਦੇ ਹਾਂਜੀ। ਜੇ 90% ਘੱਟੋ ਘੱਟ ਬੰਦੇ ਰਲਣ, ਉਹਦੇ ਲਈ ਜਿੱਦਾਂ ਭਾਜੀ ਨੇ ਦੱਸਿਆ ਵੀ ਆਪਾਂ ਨੂੰ ਪਿੰਡ ਦੇ ਲੰਬੜਦਾਰ ਬੰਨਣੇ ਪੈਣਗੇ, ਜਿੰਨੇ ਵੀ ਆ ਉਹਨਾਂ ਨੂੰ ਕਹਿਣਾ ਪੈਣਾ, ਭਾਵੇਂ ਕੋਈ ਤਰਖਾਣਾ ਚੋਂ ਲੰਬੜਦਾਰ, ਜੱਟਾਂ ਚੋਂ, ਜਿਹੜੇ ਲੰਬੜਦਾਰ ਜ਼ਮੀਨ ਹੈ ਕਿ ਥੋੜੀ ਵੀ ਆ ਨਹੀਂ ਵੀ ਆਉਂਦੀ, ਉਹਨੂੰ ਉਹਦੇ ਅੱਗੇ ਹੱਥ ਪੈਰ ਜੋੜਨਾ ਪੈਣਾ, ਭਰਾਵਾ ਤੂੰ ਨਜਾਇਜ਼ ਨਾ ਕਰੀ, ਮੈਂ ਸਾਰੀ ਉਮਰ ਲਈ ਤੇ ਗੁਲਾਮ ਤਾਂ ਪਾਉਂਦਾ, ਠੀਕ ਹੈ ਨਾ। ਤੇ ਉਹੀ ਗੱਲ ਮੈਂ ਦੁਬਾਰਾ ਕਹਿੰਦਾ ਵੀ ਇਕੱਠੇ ਹੋ ਕੇ ਦੇਖੋ, ਧਰਨਾ ਲਾਉਣਾ ਵੱਖਰੀ ਗੱਲ ਆ, ਆਪਾਂ ਧਰਨਾ ਲਾਤਾ ਸਾਰਿਆਂ ਨੇ ਰਲ ਕੇ, ਵਿੱਚੋਂ ਧਰਨੇ ਤੋਂ ਬਾਅਦ 50% ਬੰਦੇ ਕੋ ਉੱਥੇ ਪੈਸੇ ਲੈ ਕੇ ਤੇ ਜ਼ਮੀਨਾਂ ਦੇ ਗਏ। ਇਹ ਗੱਲ ਉਹਨਾਂ ਨੇ ਹੋਰ ਮੈਨੂੰ ਦੱਸੀ, ਕਹਿੰਦੇ ਜਦੋਂ ਅੜਾਂਗੇ, ਮੈਂ ਕਿਹਾ ਭਾਜੀ ਵੀ ਰੇਟ ਕਿੰਨਾ ਦੇਣਾ ਉਹਨਾਂ ਨੇ, ਉਹ ਕਹਿੰਦੇ ਜਦੋਂ ਅੜ ਗਏ ਤੇ ਉਹਨਾਂ ਰੇਟ ਕਿੰਨਾ ਦੇਣਾ, ਤੇ ਬਦਲਣਾ ਉਦੋਂ ਹੀ ਉਹ ਸਾਰੇ ਇਕੱਠੇ ਹੋ ਕੇ ਅੜੇ, ਇਹ ਨਹੀਂ ਮੈਂ ਇਕੱਲਾ ਅੜ ਗਿਆ, ਉਹ ਕੇਸ ਕਰ ਦੇਣਗੇ, ਕੇਸ ਕਰਕੇ ਕੋਰਟ ਕਿੰਨਾ ਦੇ ਵੀ ਸਰਕਾਰ ਨਹੀਂ ਆ, ਉਹਦੇ ਜੱਜ ਨੂੰ ਕਹਿ ਦੂਗਾ, ਮੰਤਰੀ ਕੈਪਟਨ ਕਹਿ ਦੂਗਾ ਭਾਈ ਤੇਰੀ ਬਦਲੀ ਕਰ ਦੇਣੀ ਹੈ, ਉਹ ਕਰ ਹੱਕ ਫੈਸਲਾ ਸਾਡੇ ਹੱਥ ਕਰ ਫੈਸਲਾ ਨਹੀਂ। ਇਸ ਕਰਕੇ ਜਦੋਂ ਇਕੱਠੇ ਹੋਵਾਂ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਇੱਕ ਪਿੰਡ ਵੀ ਉੱਥੇ ਕੁਛ ਨਹੀਂ ਕਰ ਸਕਦਾ। ਇਹ ਤੇ ਹੁਣ ਭਾਜੀ ਉਹਨਾਂ ਦੇ ਸਿਰ ਤੇ ਆ ਵੀ ਸਾਰੇ ਪਿੰਡ ਜਿੱਦਾਂ ਇੱਥੇ ਆਏ ਆ, ਕਿਤੇ ਹੁਣ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜਾਗਰੂਕ ਕਰਨ ਲੋਕਾਂ ਨੂੰ। ਵੀਰੇ ਮੇਰਾ ਮੀਟਿੰਗ ਰੱਖਣ ਦਾ ਇਹ ਮਕਸਦ ਕੀ ਸੋਚ ਕੇ ਇਕੱਠੇ ਹੋਏ ਆ ਇੱਥੇ ਸਾਰੇ ਬੰਦੇ ਆਪਾਂ ਨਾ, ਸਾਨੂੰ ਹੁਣ 6 ਮਹੀਨੇ ਹੋ ਗਏ ਆ, ਅਸੀਂ ਜੰਮੂ ਪਟੜਾ ਐਕਸਪ੍ਰੈਸ ਵੇ ਸਾਡੇ ਖੇਤਾਂ ਵਿੱਚ ਦੀ ਜ਼ਮੀਨ ਨਿਕਲ ਰਹੀ ਸੀ, 6 ਮਹੀਨੇ ਹੋ ਗਏ ਅਸੀਂ ਇਕੱਠੇ ਹੋਏ। ਅਸੀਂ ਇਹ ਸੋਚਿਆ ਵੀ ਮੰਤਰੀਆਂ ਕੋ ਵੀ ਗਏ, MLA ਕੋ ਵੀ ਗਏ, ਸਾਡੀ ਕਿਸੇ ਨੇ ਬਾਂਹ ਨਹੀਂ ਫੜੀ। ਇਹ ਅਸੀਂ ਆਣ ਕੇ ਇਹ ਗੱਲ ਸੋਚੀ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ, ਤੇ ਅਸੀਂ ਕਿਹਾ ਵੀ ਅਸੀਂ ਪਾਰਟੀ ਪੱਧਰ ਤੋਂ ਉੱਚੇ ਉੱਠ ਕੇ ਆਪਾਂ ਇਕੱਠੇ ਹੋਈਏ, ਇਕੱਠੇ ਹੋ ਕੇ ਤੁਰੀਏ। ਜੇ ਭਰਾਓ ਇਕੱਠੇ ਹੋ ਕੇ ਤੁਰਾਂਗੇ ਤਾਂ ਪੁਲਿਸ ਦੀਆਂ ਡਾਂਗਾਂ ਤੋਂ ਬਚ ਜਾਵਾਂਗੇ, ਜੇ ਇਕੱਲੇ ਇਕੱਲੇ ਤੁਰਾਂਗੇ ਤੇ ਨਾਲੇ ਤੁਹਾਡੇ ਡਾਂਗਾਂ ਵੀ ਪੈਣਗੀਆਂ ਤੇ ਮਰਜ਼ੀਆਂ ਵੀ ਉਹਨਾਂ ਨੇ ਆਪਣੀ ਕਰਨੀਆਂ। ਉਹ ਤੁਹਾਨੂੰ ਪਤਾ ਹੀ ਹੈ, ਹੁਣ ਆਪਾਂ ਇੰਨੇ 5 ਸਾਲ ਹੋ ਗਏ ਆ, ਕੀ ਚੱਲਦਾ ਆ ਤੁਸੀਂ ਦੇਖੀ ਜਾਂਦੇ ਆ, ਹੈ ਨਾ। ਇਸ ਕਰਕੇ ਆਪਾਂ ਨੂੰ ਇਕੱਠ ਦੀ ਲੋੜ ਆ। ਚਲੋ ਤੁਹਾਡਾ ਏਰੀਆ ਇੱਧਰ ਰਹਿੰਦਾ ਸੀਗਾ, ਇੱਧਰ ਆਪਣਾ ਇਕੱਠ ਨਹੀਂ ਹੋਇਆ ਸੀਗਾ ਕਿ ਸਾਡਾ ਪਟਿਆਲੇ ਜਾਣ ਕੇ ਰੈਗੂਲਰ ਧਰਨਾ ਲੱਗ ਰਿਹਾ ਸੀ, ਰੋਜ਼ 10 ਤੋਂ 15 ਮਤਲਬ ਅਸੀਂ ਬੰਦੇ ਰੋਜ਼ ਉੱਥੇ ਭੇਜੀ ਦੇ, ਤੇ ਇਸ ਕਰਕੇ ਸਾਡਾ ਟਾਈਮ ਨਹੀਂ ਲੱਗਾ। ਇੱਧਰ ਤੁਹਾਡੇ ਆ ਭਾਜੀ ਹੁਣੀ ਇੱਧਰ ਸੀਗੇ, ਇਹਨਾਂ ਨਾਲ ਜਦੋਂ ਗੱਲ ਹੋਈ ਆਪਣੀ, ਇਹਨਾਂ ਦੀ ਰਿਸ਼ਤੇਦਾਰੀ ਸੀਗੀ ਜੁੱਤੀ, ਉਹਨਾਂ ਸਾਰੇ ਬੰਦਿਆਂ ਨੇ ਵੀ ਮਤਲਬ ਇਹਨਾਂ ਨਾਲ ਗੱਲ ਕੀਤੀ, ਇਹਨਾਂ ਨੇ ਫਿਰ ਬਹੁਤ ਸਾਥ ਦਿੱਤਾ, ਜਾਣੀ ਤੁਹਾਨੂੰ ਇੰਨੇ ਬੰਦਿਆਂ ਨੇ ਜੋੜ ਲਿਆ। ਲੇਕਿਨ ਅਸੀਂ ਸੋਚਦੇ ਵੀ ਕਦੇ ਗਾਂਹ ਕਿੱਦਾਂ, ਕਿਉਂਕਿ ਸਾਰੇ ਪਿੰਡਾਂ ਵਿੱਚ ਜਾਂਦੇ ਹਾਂ, ਸਾਰਿਆਂ ਨੂੰ ਪਹਿਲਾਂ ਗੱਲ ਹੁੰਦੀ ਪਾਰਟੀ ਕਰਨੀ, ਉਹ ਕਹਿੰਦਾ ਮੈਂ ਉਹਨਾਂ ਨਹੀਂ ਤੁਰਨਾ, ਉਹ ਕਹਿੰਦਾ ਮੈਂ ਉਹਨਾਂ ਨਹੀਂ ਤੁਰਨਾ। ਅਸੀਂ ਕੁੱਕੜ ਪਿੰਡ ਗਏ, ਕੁੱਕੜ ਪਿੰਡ ਧਰਨੇ ਤੋਂ ਸਵੇਰੇ ਬੰਦੇ ਤੋੜ ਕੇ, ਤੇ ਮੈਨੂੰ ਸਵੇਰੇ ਉਹਨਾਂ ਦਾ ਅੰਕਲ ਉਹਨਾਂ ਦਾ ਫੋਨ ਆਇਆ, ਉਹ ਕਹਿੰਦੇ ਵੀ ਕਾਕੇ ਵੀ ਆਪਣੇ ਰਾਤੀ ਬੰਦੇ 15 ਤਿਆਰ ਹੋਏ ਸੀਗੇ ਤੇ 2 ਗੱਡੀਆਂ ਤਿਆਰ ਸੀ, ਤਾਂ ਹੁਣ ਬੰਦੇ ਰਹਿ ਗਏ ਸਾਰੇ 4। ਮੈਂ ਕਿਹਾ ਜੀ ਚੱਕਰ ਕੀ ਪਿਆ? ਇਹਨਾਂ ਚੱਕਰ ਕਾਕੇ ਤੈਨੂੰ ਪਤਾ ਹੀ ਆ, ਮੈਂ ਹੁਣ ਤੈਨੂੰ ਕੀ ਕਹਾਂ, ਆਪਣੇ ਪਿੰਡ ਦੀ ਬਦਨਾਮੀ ਹੁੰਦੀ ਆ। ਮੈਂ ਕਿਹਾ ਚਲੋ ਠੀਕ ਹੈ, ਮੈਂ ਗੱਲ ਸਮਝ ਗਿਆ। ਮੈਂ ਕਿਹਾ ਜਿਹੜੇ ਬੰਦੇ ਤਿਆਰ ਹੋਏ ਸੀ ਉਹਨਾਂ ਨੂੰ ਹਨਾ ਇੱਥੇ ਅੱਜ 5 ਨਾਲ ਸੱਦ ਲਓ। ਮੈਂ ਚਲ ਗਿਆ ਜੀ ਉੱਥੇ, ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ, ਮੈਂ ਕਿਹਾ ਠੀਕ ਹੈ ਜੀ ਤੁਸੀਂ ਰਾਤੀ ਜਾਣ ਨੂੰ ਤਿਆਰ ਹੋਏ ਸੀ? ਉਹ ਇੱਕ ਕਹਿੰਦਾ ਹਾਂਜੀ ਹੋਏ ਸੀ, ਇੱਕ ਕਹਿੰਦਾ ਨਹੀਂ ਹੋਏ ਸੀ। ਮੈਂ ਕਿਹਾ ਵੀਰੇ ਮੈਂ ਗੁੱਸਾ ਨਾ ਕਰਿਓ, ਮੈਂ ਕੋਈ ਪ੍ਰਧਾਨ ਨਹੀਂ, ਕੋਈ ਕੁਛ ਨਹੀਂ, ਤੁਹਾਡੇ ਵਰਗਾ ਕਿਸਾਨ ਆ। ਹੁਣ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਆ, ਤੁਹਾਡੇ ਮੈਂ ਪਿੰਡ ਆ ਗਿਆ ਆ, ਮੈਨੂੰ ਕੋਈ ਵਕਤ ਪੈ ਜਾਂਦਾ ਆ, ਤੁਸੀਂ ਮੇਰੀ ਬਾਂਹ ਫੜੋਗੇ? ਉਹ ਕਹਿੰਦਾ ਹਾਂ ਜ਼ਰੂਰ ਫੜਾਂਗੇ। ਮੈਂ ਕਿਹਾ ਯਾਰ ਤੁਸੀਂ ਮੇਰੀ ਬਾਂਹ ਕੀ ਫੜਨੀ ਹੈ? ਤਾਂ ਤੁਸੀਂ ਤਾਂ ਆਪਣਾ ਹੀ ਨੇ ਤੁਸੀਂ ਦੇਖਦੇ, ਤੁਸੀਂ ਮੈਨੂੰ ਕੀ ਸਾਂਭੋਗੇ?
ਮੈਂ ਕਿਹਾ ਵੀਰੇ ਇਹ ਗੱਲਾਂ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ, ਕਰਨ ਦੀਆਂ ਗੱਲਾਂ ਹੋਰ ਹੁੰਦੀਆਂ ਆ। ਮੈਂ ਕਿਹਾ ਤੁਸੀਂ ਕਿਸੇ ਲਈ ਨਹੀਂ, ਆਪਣੇ ਲਈ ਕਰੋ, ਹੈ ਨਾ। ਕਹਿੰਦੇ ਅਸੀਂ ਦਿੱਲੀ ਧਰਨੇ ਵਿੱਚ, ਮੈਂ ਕਿਹਾ ਦੇਖੋ ਜਿਹੜਾ ਦਿੱਲੀ ਧਰਨਾ ਉਹ ਵੀ ਸਾਡਾ, ਸਾਨੂੰ ਜਿੰਨੀ ਉੱਥੇ ਲੋੜ ਆ ਉਨੀ ਸਾਨੂੰ ਅੱਜ ਇੱਥੇ ਵੀ ਲੋੜ ਪੈ ਗਈ, ਕਿਉਂਕਿ ਇਹ ਸਾਡੀਆਂ, ਜੇ ਅਸੀਂ ਮਤਲਬ ਇਹ ਚੀਜ਼ ਨੂੰ ਵੀ ਨਹੀਂ ਦੇਖਦੇ, ਸਾਡੀਆਂ ਜ਼ਮੀਨਾਂ ਜਾ ਰਹੀਆਂ। ਉਹ ਸਾਡੇ ਪਿੰਡਾਂ ਦੇ ਵਿੱਚ ਅਸੀਂ ਬੁਰਗੀਆਂ ਨਹੀਂ ਲੱਗਣ ਦਿੱਤੀਆਂ, ਕੋਈ ਬੰਦਾ ਆਉਣ ਨਹੀਂ ਦਿੱਤਾ। ਤੁਹਾਨੂੰ ਵੀਡੀਓ ਦਿਖਾ ਲਾਂਗੇ, ਸਾਡੇ ਕੋਲ ਬਿਜਲੀ ਦੇ ਖੰਭੇ ਪੁੱਟਣ ਵਾਲੇ ਬੰਦੇ ਆਏ ਆਪਣੇ ਨੂਰਮਹਿਲ, ਉਹ ਅਸੀਂ ਮਤਲਬ ਉਹਨਾਂ ਨੇ ਇੱਕੋ ਗੱਲ ਕਹੀ ਕਿ ਵੀਰੇ ਜਿੰਨਾ ਚਿਰ ਸਾਡਾ ਕੋਈ ਡਿਸੀਜਨ ਨਹੀਂ ਕੋਈ ਹੁੰਦਾ ਨਹੀਂਗਾ ਉਹਨਾਂ ਚਿਰ ਤੁਸੀਂ ਖੇਚ ਨਹੀਂ ਪਾਉਣਾ। ਉਹ ਕਹਿੰਦੇ ਠੀਕ ਹੈ ਭਾਜੀ ਸਾਨੂੰ ਛੱਡ ਦਿਓ। ਅਸੀਂ ਉਹ ਘੱਟੋ ਘੱਟ ਸਾਨੂੰ 6 ਮਹੀਨੇ ਹੋ ਗਏ ਲਗਾਤਾਰ, ਕਦੀ ਕੋਈ ਆਉਂਦਾ ਕਦੀ ਕੋਈ ਆਉਂਦਾ। ਅਸੀਂ ਇੱਕੋ ਗੱਲ ਅਸੀਂ ਕਿਹਾ ਵੀ ਸਾਡੇ ਤੋਂ ਗੈਰ ਕਾਨੂੰਨੀ ਕੰਮ ਨਾ ਕਰਾਇਓ, ਅਸੀਂ ਕਾਨੂੰਨ ਦੇ ਅੰਦਰ ਰਹਿ ਕੇ ਮਤਲਬ ਹਰ ਕੰਮ ਕਰਦੇ ਹਾਂ। ਹੁਣ ਦੇਖੋ ਰੋਸ, ਆਪਾਂ ਨੂੰ ਇਸ ਗੱਲ ਦਾ ਰੋਸ ਆ, ਸਾਡੇ ਨਾਲ ਧੱਕਾ ਹੁੰਦਾ ਆ, ਆਪਣਾ ਪ੍ਰੋਟੈਸਟ ਕਰਨਾ ਫਰਜ਼ ਆ। ਚਲੋ ਠੀਕ ਹੈ, ਸਾਡੇ ਜ਼ਿਮੀਂਦਾਰ ਉੱਥੇ ਦਿੱਲੀ ਵੀ ਪ੍ਰੋਟੈਸਟ ਕਰਨ ਡਏ ਆ, ਆਪਾਂ ਇੱਥੇ ਵੀ ਕਰਨ ਡਏ ਆ। ਅੱਜ ਆਪਾਂ ਨੂੰ ਇੱਥੇ ਲੋੜ ਪੈ ਗਈ, ਇਹ ਗੌਰਮੈਂਟਾਂ ਨੇ ਅੱਜ ਆਪਾਂ ਨੂੰ ਇੱਥੇ ਪ੍ਰੋਟੈਸਟ ਕਰਨ ਦੀ ਲੋੜ ਪਾ ਦਿੱਤੀ ਹੈ। ਨਹੀਂ ਤਾਂ ਅਸੀਂ ਇਹ ਗੱਲ ਸੋਚੀ ਨਹੀਂ ਸੀ ਵੀ ਅਸੀਂ ਮਤਲਬ ਪਟਿਆਲੇ ਵੀ ਧਰਨਾ ਲਾਵਾਂਗੇ। ਅਸੀਂ ਇੱਕ ਥਾਂ ਧਰਨਾ ਲਾਇਆ ਸੀਗਾ, ਚਲੋ ਉੱਥੇ ਜਿੰਨੇ ਬੰਦੇ ਹੁਣ ਪਟਿਆਲੇ ਬੈਠੇ, ਜੇ ਅਸੀਂ ਉਹੀ ਇੱਕ ਥਾਂ ਹੋਈਏ ਹੈ ਨਾ, ਉੱਥੇ ਹੋਰ ਵੀ ਪ੍ਰੈਸ਼ਰ ਪਊਗਾ। ਪਰ ਲੇਕਿਨ ਸਾਡੀ ਇਹ ਮਜਬੂਰੀ ਆ ਹੁਣ ਸਾਡੀਆਂ, ਜੇ ਅਸੀਂ ਇੱਥੇ ਗੌਰਮੈਂਟ ਨਾਲ ਨਹੀਂ ਅਸੀਂ ਟੱਕਰ ਲੈਂਦੇ ਤਾਂ ਸਾਡੀਆਂ ਜ਼ਮੀਨਾਂ ਇਸ ਟਾਈਮ ਤਕਰੀਬਨ ਇਹ ਘੱਟੋ ਘੱਟ 6 ਮਹੀਨੇ ਪਹਿਲਾਂ ਹੀ ਹੋ ਜਾਣਾ ਸੀਗਾ। ਇਹ ਜਦੋਂ ਝੋਨੇ ਲੱਗੇ ਸੀਗੇ, ਝੋਨਿਆਂ ਦੇ ਵਿੱਚ ਉਹਦੇ ਬੁਰਗੀਆਂ ਲਾਉਣ ਆਏ ਸੀ। ਅੱਛਾ, ਢਾਡੇ ਹੋਣ ਲਾਈਆਂ ਸਾਡੇ, ਉਦੋਂ ਲਾਉਣ ਆਏ ਸੀਗੇ ਬੰਦੇ। ਤੇ ਅਸੀਂ ਫਿਰ ਉਦੋਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਵੀਰੇ ਸਾਡਾ ਕੋਈ ਹਾਲੇ ਮਸਲਾ ਹੱਲ ਨਹੀਂ ਹੋਇਆ, ਜਿੰਨਾ ਚਿਰ ਕੋਈ ਸਰਕਾਰ ਸਾਨੂੰ ਲਿਖ ਕੇ ਨਹੀਂ ਦਿੰਦੀ ਉਹਨਾਂ ਚਿਰ ਨਹੀਂ ਕੁਛ ਵੀ। ਹੁਣ ਸਾਡੀ 30 ਤਰੀਕ ਦੀ ਮੀਟਿੰਗ ਸੀਗੀ, 30 ਮਾਰਚ ਦੀ, ਉਹ ਸਾਡੀਆਂ ਸਾਰੀਆਂ ਐ ਮੰਗਾਂ ਮੰਨ ਗਏ, ਸਾਰੀਆਂ ਮੰਗਾਂ ਮੰਨ ਗਏ। ਪਰ ਲੇਕਿਨ ਉਹਨਾਂ ਨੇ ਸਾਨੂੰ ਲਿਖ ਕੇ ਨਹੀਂ ਦਿੱਤਾ ਕੁਛ ਵੀ। ਪਰ ਜੇ ਸਾਨੂੰ ਲਿਖ ਕੇ ਦਿੰਦੇ ਸਾਨੂੰ ਠੀਕ ਹੋਣਾ ਸੀਗਾ ਵੀ, ਉਹ ਹੁਣ ਸਾਨੂੰ ਲਿਖ ਕੇ ਨਹੀਂ ਦੇ ਰਹੇ। ਦੇਖੋ ਜੀ, ਬੱਕਰੀ ਜਿੱਦਾਂ ਕਹਿੰਦੇ ਹੁੰਦੇ ਵੀ ਦੁੱਧ ਦਿੰਦੀ ਹੁੰਦੀ ਮੇਗਣਾ ਪਾ ਕੇ, ਇਹ ਸਰਕਾਰ ਨੇ ਸਭ ਕੁਝ ਕਰਨਾ ਵੀ ਆ। ਵੋਟਾਂ ਤੋਂ ਪਹਿਲਾਂ ਉਹ ਚਾਹੁੰਦੇ ਵੀ ਜਿੰਨਾ ਆਪਾਂ ਵੀ ਕਰ ਲਈਏ, ਕਿਤੇ ਬਣਾ ਲਈਏ, ਚਲੋ ਪਰ ਉਹ ਬਣਾਉਣਗੇ ਤਾਂ ਜੇ ਸਾਨੂੰ ਕੁਝ ਦੇਣਗੇ, ਹੈ ਨਾ। ਇਸ ਕਰਕੇ ਆਪਾਂ ਨੂੰ ਇਕੱਠ ਦੀ ਲੋੜ ਆ। ਜੇ ਹੁਣ ਆਪਾਂ ਨੂੰ ਪਾਰਟੀ ਪੱਧਰ ਤੋਂ ਚੱਲਣਾ ਪੈਣਾ। ਪਾਰਟੀਆਂ ਆਪਾਂ ਪਹਿਲਾਂ ਵੀ ਬਹੁਤ ਕੀਤੀਆਂ ਆ, ਇਹ ਵੀ ਕਰਨੀਆਂ ਆ। ਇਹ ਆਪਣੀ ਜ਼ਿੰਦਗੀ 'ਚ ਬਣੀਆਂ, ਇਹ ਪਿੰਡਾਂ 'ਚ ਇੱਦਾਂ ਹੀ ਚੱਲਦੀਆਂ ਰਹਿਣੀਆਂ ਆ। ਆਪਾਂ ਲੋਕ ਸੁਧਰ ਨਹੀਂ ਸਕਦੇ, ਮੈਂ ਵੀ ਵਿੱਚ ਹੀ। ਚਲੋ ਆਪਣਾ ਕੋਈ ਭਰਾ ਜਾਂਦਾ ਆ, ਗਾਂਹ ਜਾਵੇ ਜਾਂ ਪਛਾਣ ਜਾਵੇ, ਉਹਦੇ ਮਗਰ ਜਾਣਾ ਪੈਂਦਾ। ਇਹ ਅਸੀਂ ਜਾਂਦੇ ਆ, ਸਾਡੇ ਮਗਰ ਵੀ ਭਰਾ ਚੱਲਦੇ ਆ, ਸਾਨੂੰ ਤੋਰਨੇ ਵੀ ਪੈਂਦੇ ਆ, ਹੈ ਨਾ। ਇਹ ਹੁਣ ਆਪਾਂ ਆਪਣੀ ਵਾਰੀ ਕਿਉਂ, ਆਪਣੀ ਵਾਰੀ ਆਪਾਂ ਕਦੋਂ ਘਰੇ ਬੈਠੇ ਆ, ਹੈ ਨਾ। ਆਪਣੀ ਵਾਰੀ ਆਪਾਂ ਨੂੰ ਘਰੇ ਨਹੀਂ ਬਹਿਣਾ ਚਾਹੀਦਾ। ਤੁਹਾਨੂੰ ਮੇਰੇ ਖਿਆਲ ਨੋਟਿਸ ਵੀ ਤੁਹਾਡੇ ਆਏ ਗਏ ਹੋਣੇ ਆ, ਨੋਟਿਸ ਆਏ ਆ ਤੁਹਾਡੇ, ਤੁਸੀਂ ਦੇਖੇ ਅਖਬਾਰਾਂ ਦੇ ਵਿੱਚ? ਤੇ ਤੁਸੀਂ ਕੋਈ ਆਬਜੈਕਸ਼ਨ ਵਗੈਰਾ ਕੀਤਾ ਡੀਆਰ ਉਹਦੇ, ਮੇਰੇ ਖਿਆਲ ਆਰਡੀਓ ਦੇ ਜਲੰਧਰ? ਕੁਛ ਨੇ ਕੀਤਾ, ਕੁਛ ਨੇ ਨਹੀਂ ਕੀਤਾ। ਕਈਆਂ ਨੇ ਕੀਤਾ, ਅਸੀਂ ਏਰੀਏ ਨੇ ਨਹੀਂ ਕੀਤਾ, ਨਹੀਂ ਕੀਤਾ। ਹਾਂ ਸਾਡੇ ਏਰੀਏ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਦੇਖੋ ਤੁਹਾਡੇ ਲਾਗੇ ਬੱਲਾ ਦੀ ਜ਼ਮੀਨ ਆਉਂਦੀ ਆ, ਜਾਂ ਪੂਰੇ ਭਤੀਜੇ ਦੀ ਵੀ ਆਉਂਦੀ ਆ, ਕਾਲੇ ਬੰਨਿਆਂ ਦੀ ਵੀ ਆਉਂਦੀ ਆ। ਸਾਡੇ ਕੋਲ ਚਲੋ ਨੋਟਿਸ ਹੈਗੇ ਆ, ਸਾਰੇ ਪਏ ਆ, ਅਸੀਂ ਤਾਂ ਦੇਖਦੇ ਕਿਹੜੇ ਕਿਹੜੇ ਮਦਾਰਾਂ ਸਾਰੀਆਂ ਵਿੱਚ ਆਉਂਦੀਆਂ। ਜੱਟੂ ਸਿੰਘੇ ਦੀ ਵੀ ਹੈ ਥੋੜੀ ਬੜੀ ਆਉਂਦੀ ਆ, ਢੋਗੜੀ ਤੋਂ ਵੀ ਢੋਗੜੀ ਆਉਂਦੀ ਆ, ਨਗੱਜੇ ਦੀ ਵੀ ਥੋੜੀ ਜ਼ਮੀਨ ਆਉਂਦੀ ਆ। ਨਗੱਜੇ ਦੀ ਨਹੀਂ ਆਉਂਦੀ ਡੇਰੇ ਦੇ ਉੱਪਰ ਦੀ ਜ਼ਮੀਨ ਲੰਘਦੀ ਖੜਕ ਮੇਰਾ। ਬਾਕੀ ਵੀਰੇ ਮੈਨੂੰ ਤੁਹਾਡੇ ਏਰੀਏ ਦਾ ਪਤਾ ਨਹੀਂ, ਜੇ ਤਾਂ ਮੇਰਾ ਏਰੀਆ ਹੋਵੇ ਤਾਂ ਮੈਂ ਉਹ ਕਹਿੰਦੀ ਇਹ ਸਭ ਤੋਂ ਵੱਡਾ ਪੁਆਇੰਟ ਹੈ ਇਹਨੂੰ ਕਿਸ ਬੇਸ ਤੇ ਤੁਸੀਂ ਰੱਦ ਕੀਤਾ ਜਾਂ ਨਹੀਂ ਕੀਤਾ, ਕਿਉਂ ਨਹੀਂ ਕੀਤਾ, ਇਹ ਤੇ ਕਿਸੇ ਨੇ ਆਬਜੈਕਸ਼ਨ ਲਾਇਆ। ਹੁਣ ਫਰਾਜ਼ਪੁਰ ਤੋਂ ਜੋ ਖੇਤ ਆਇਆ ਉਹ ਨਹਿਰ ਤੇ ਪਾਣੀ ਆ, ਪਾਣੀ ਉੱਥੇ ਨਹੀਂ ਪਹੁੰਚਦਾ, ਕਿਸੇ ਨੇ ਆਬਜੈਕਸ਼ਨ ਲਾਇਆ। ਹਾਂਜੀ, ਉੱਥੇ ਰੋਡ ਬਣ ਗਿਆ, ਕਿਸੇ ਨੂੰ ਇਤਰਾਜ਼ ਨਹੀਂ ਹੋਇਆ। ਤੇ ਇਸੇ ਕਰਕੇ ਕੀ ਗੱਲ ਕਹਿੰਦੇ ਵੀ ਨਹਿਰ ਦੇ ਨਾਲ ਵੀ ਲੱਗੇ ਉਹ ਮੁਸਲਮਾਨਾਂ ਦੇ ਬਾਰੇ ਨਹਿਰ ਦੇ ਨਾਲ ਵੀ ਬੜੇ ਲੱਗੇ। ਤੇ ਬਾਕੀ ਜਿਹੜੀ ਦੂਸਰੀ ਗੱਲ ਆ, ਜਿਹੜੇ ਤੁਹਾਡੇ ਆਪਣੇ ਨੰਬਰਦਾਰਾਂ ਨੂੰ ਬੇਨਤੀ ਪੂਰਤੀ ਕਰਦੇ, ਸਾਡੀ ਜ਼ਮੀਨ ਲੈਣੀ ਆ, ਪੈਸੇ ਵੀ ਅਸੀਂ ਲੈਣੇ ਆ, ਸਾਡੀ ਮਰਜ਼ੀ ਤੋਂ ਬਿਨਾਂ ਸਾਡਾ ਵਾਰਡ ਨਹੀਂ ਪਾਸ।
ਪਹਿਲਾਂ ਆਪਣੇ ਬੰਦੇ ਵੱਲੋਂ ਜਦੋਂ ਘਰ ਦਾ ਭੇਤੀ ਲੱਗ ਪੈਣਾ ਬੰਦੇ ਵਿਕ ਬਹੁਤ ਜਾਂਦੇ ਪਿੰਡਾਂ 'ਚ, ਅਸੀਂ ਵਿਕਦੇ ਬਹੁਤ ਬਹੁਤ ਹੈ। ਪਰ ਦੁਨੀਆ ਦੀ ਇਹ ਪੀਰ ਆ ਕਹਿੰਦਾ ਵੀਰੇ ਇੱਕ ਉਸ ਧਰਨੇ ਦਾ ਵੀ ਇਤਿਹਾਸ ਦੇਖਣਾ, ਇਹ ਵੀ ਇਤਿਹਾਸ ਦੇਖਣਾ। ਫਿਰ ਰੋਡ 'ਚ ਜ਼ਮੀਨਾਂ ਆਈਆਂ ਕਿ ਬੰਦਿਆਂ ਨੇ ਪੰਜਾਬ ਦੇ ਉਦੋਂ ਵੀ ਏਕਾ ਬਹੁਤ ਕੀਤਾ ਸੀਗਾ, ਕਰਕੇ ਆਪਣੇ ਹੱਕ ਲੈ ਲਏ ਸੀਗੇ। ਪਰ ਇਹਦੇ ਵਿੱਚ ਜੇ ਕੋਈ ਵੀ ਬੰਦਾ ਕਰ ਗਿਆ, ਉਹ ਦੇਖੋ ਉਹ ਗਦਾਰ ਹੀ ਕਹਾਊਗਾ, ਉਹ ਆਪਣੀ ਕੌਮ ਦਾ ਗਦਾਰ ਕਹਾਊਗਾ। ਆਪਾਂ ਗਦਾਰ ਨਹੀਂ ਬਣਨਾ, ਆਪਾਂ ਭਗਤ ਸਿੰਘ ਬਣਨਾ। ਸਾਡੇ ਚੌਕ ਜਿਹੜਾ ਵੀ ਹੁਣ ਮਜ਼ਦੂਰੀ ਟਰਾਂਸ ਸਟਾਇਆ, ਸੀਮੈਂਟ ਸਟਾਇਆ, ਨਾਲ ਪਿੰਡੋਂ ਲੇਬਰ ਦੇ ਸੀ, ਉਹਤੇ ਬੋਰੀਆਂ ਬਣਵਾਈਆਂ ਹੈ। ਉਹ ਬੋਰੀਆਂ ਜਿਹੜੇ ਅਗਲੇ ਲੁਧਿਆਣੇ ਜਾਣੀ, ਉਹ 4 ਵੀਲਰ ਨਾਲ ਲੱਦ ਕੇ ਲੁਧਿਆਣੇ ਅੱਜ ਆਪਾਂ ਪਾਰਟੀ ਬਦਲ ਤੋਂ ਉੱਠ ਕੇ ਸਭ ਕੁਝ ਕਰ ਸਕਦੇ ਹਾਂ। ਜੇ ਆਪਾਂ ਪਾਰਟੀਆਂ ਦੇ ਵਿੱਚ ਨੇ, ਪਾਰਟੀਆਂ ਕਿਹੜੀਆਂ ਬਣਾਈਆਂ ਸਰਕਾਰ ਦੀਆਂ, ਤੇ ਜਿਹੜਾ ਪਾਰਟੀਆਂ ਦਾ ਮੋਹਰੀ ਹੈ ਉਹ ਉਹੀ ਕਰੂਗਾ ਜੋ ਉਹਨੂੰ ਸਰਕਾਰ ਕੋਲ ਸਰਕਾਰ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਰਹਿਣਾ। ਸਰਕਾਰਾਂ ਨੇ ਉਹਦੇ ਕੋਈ ਜ਼ੋਰ ਨਹੀਂ ਹੁੰਦਾ। ਅੱਜ ਆਪਾਂ ਨੂੰ ਸਿਆਣੇ ਮਨ ਦੀ ਲੋੜ ਹੈ। ਅੱਜ ਬਹੁਤ ਬੰਦੇ ਨੌਜਵਾਨ ਬਹੁਤ ਜਿਹੜੇ ਮਤਲਬ ਸਿਆਣੇ ਹੋਏ ਆ ਪਿੰਡਾਂ ਦੇ ਵਿੱਚ, ਬਹੁਤ ਅਵੇਅਰਨੈਸ ਆਈ ਆ। ਇਸ ਕਰਕੇ ਜੇ ਕੋਈ ਮਾੜਾ ਮੋਟਾ ਵੀਰ ਕੋਈ ਦੱਬਿਆ ਵੀ ਆ ਜਾਂ ਕਿਸੇ ਦੇ ਦਬਾਅ ਹੇਠ, ਜਾਂ ਕਈ ਵਾਰੀ ਪਿੰਡਾਂ 'ਚ ਕਈ ਗੱਲਾਂ ਹੁੰਦੀਆਂ ਕਿਸੇ ਦੇ ਮਜਬੂਰੀ ਲੈਣ ਕੇ ਚੱਲਦੇ ਹੁੰਦੇ, ਕਈ ਉਹਦੇ ਕਰਕੇ ਦੱਬਿਆ ਹੁੰਦਾ, ਕੋਈ ਕਿਸੇ ਮਜਬੂਰੀ ਕਰਕੇ ਦੱਬਿਆ ਹੁੰਦਾ। ਉਹਨੂੰ ਵੀਰ ਨੂੰ ਕਹੋ ਵੀਰੇ ਵੀ ਇਹ ਗੱਲਾਂ ਪਿੰਡ ਲੈਵਲ ਤੇ ਇਹ ਗੱਲਾਂ ਅਲੱਗ ਹੋ ਜਾਂਦੀਆਂ ਨੇ, ਪਰ ਜਿਹੜੀ ਇਹ ਗੱਲ ਹੈ ਇਹ ਸਾਰਿਆਂ ਦੇ ਨਾਲ ਗਦਾਰ ਨਹੀਂ ਹੋਣਾ। ਜਿਹੜਾ ਬੰਦਾ ਨਹੀਂ ਤੁਰਦਾ ਗਦਾਰ ਹੀ ਹੈ, ਜੇ ਤੁਰ ਕੇ ਪਿੱਛੇ ਪੈ ਜਾਂਦਾ ਗਦਾਰ ਹੀ ਹੈ। ਇਸ ਲਈ ਆਪਾਂ ਇਹ ਨਹੀਂ ਬਣਨਾ, ਆਪਣੇ ਹੱਕ ਆ ਆਪਾਂ ਲੈਣੇ ਆ, ਠੀਕ ਨੇ। ਇਸ ਲਈ ਮੈਂ ਤਾਂ ਕੀ ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ।